ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨਾ ਸਿਮਰੋ ਅੰਗਦ ਦੋਖ ਨਿਕੰਦਨਾ ਅਮਰਦਾਸ ਗੁਰ ਹਿਰਦੈ ਤੇ ਆਵੋ ਹਿਰਦੈ ਤੇ ਆਵੋ ਰਾਮਦਾਸ ਗੁਣ ਗਾਵੋ ਸ਼੍ਰੀ ਅਰਜੁਨ ਵਿਗਨ ਕੇ ਨਾਸ਼ਕ ਵਿਗਨ ਕੇ ਨਾਸ਼ਕ ਹਰਿ ਗੋਬਿੰਦ ਸੁਖ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਾਮ ਕਰ ਜੋਰੀ ਨਾਮ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਿਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਪਾਰ ਜਗਦੀਸਾ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਓਦਤ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਈ ਜਨ ਜੀਤੇ ਪੰਜ ਵਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਦਾਨ ਰਹਿਮਤਾਂ ਦੇ ਸਾਗਰ ਮੇਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ੇ ਨੇ ਔਰ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ। ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਅੰਮ੍ਰਿਤ ਵੇਲੇ ਦੀ ਸੰਭਾਲ ਔਰ ਸਤ ਸੰਗਤ ਨੂੰ ਮੰਨਣਾ ਸੰਸਾਰ ਦੇ ਵਿੱਚ ਦੋ ਤਰ੍ਹਾਂ ਦੇ ਮਨੁੱਖ ਕਦੇ ਵੀ ਨਹੀਂ ਮੰਨ ਸਕਦੇ। ਜਿਹੜੇ ਲੋਕ ਰੋਗੀ ਹਨ ਹਸਪਤਾਲਾਂ ਦੇ ਵਿੱਚ ਜਾਂ ਘਰਦਿਆਂ ਮੰਜਿਆਂ ਦੇ ਉੱਪਰ ਪਏ ਨੇ ਅਤੇ ਦੂਸਰੇ ਜਿਹੜੇ ਗੁਰੂ ਤੋਂ ਬੇਮੁਖ ਹਨ
ਕਿ ਕਦੇ ਵੀ ਅੰਮ੍ਰਿਤ ਵੇਲੇ ਦੀ ਸੰਭਾਲ ਰੋਗੀ ਨਹੀਂ ਕਰ ਸਕਦਾ, ਔਰ ਸਤ ਸੰਗਤ ਦਾ ਆਨੰਦ ਕਦੇ ਵੀ ਬੇਮੁਖ ਬੰਦਾ ਨਹੀਂ ਮਾਣ ਸਕਦਾ। ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੈ, ਜੋ ਸਤਿਗੁਰਾਂ ਨੇ ਸਾਨੂੰ ਆਪਣੇ ਚਰਨੀ ਜੋੜਿਆ ਹੈ। ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ। ਪਿਛਲੇ ਸਮੇਂ ਤੋਂ ਗੁਰੂ ਨਾਨਕ ਦੇਵ ਜੀਆਂ ਦਾ ਮਹਾਨ ਜੀਵਨ ਕੌਤਕ ਜੀਵਨ ਵਿਚਾਰ ਰਹੇ ਹਨ। ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ। ਆਗਿਆ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੋਰਖ ਮਾਤਾ ਯੂਪੀ ਦੇ ਇਲਾਕੇ ਵਿੱਚ ਵਿਚਰ ਰਹੇ ਨੇ। ਸਤਿਗੁਰੂ ਜੀ ਜਾ ਕਰਕੇ ਸਿੱਧਾਂ ਦੇ ਨਾਲ ਮੇਲ ਹੋਇਆ ਹੈ। ਮਹਾਰਾਜ ਸੁੱਕੇ ਹਰੇ ਪੀਏ ਕਿਨ ਮਾਹੇ, ਜਿਸ ਸੁੱਕੇ ਪਿੱਪਲ ਦੇ ਥੱਲੇ ਮਹਾਰਾਜ ਵਿਰਾਜੇ ਨੇ, ਸਤਿਗੁਰਾਂ ਨੇ ਉਸ ਸੁੱਕੇ ਪਿੱਪਲ ਨੂੰ ਭਾਗ ਲਾਏ ਨੇ, ਹਰਿਆ ਭਰਿਆ ਕੀਤਾ ਹੈ। ਪਰ ਸਿੱਧਾਂ ਦੇ ਮਨ ਵਿੱਚ ਐਸਾ ਕੌਤਕ ਵੇਖ ਕਰਕੇ ਬੜੀ ਈਰਖਾ ਆਈ ਹੈ। ਜੋ ਸਤਿਗੁਰਾਂ ਨੂੰ ਪ੍ਰੇਮ ਕਰਦੇ ਨੇ, ਉਹਨਾਂ ਦੇ ਮਨ ਅੰਦਰ ਭਾਵ ਭਗਤੀ ਪ੍ਰਕਾਸ਼ਿਤ ਹੋਈ ਹੈ। ਇਸ ਪ੍ਰਕਾਰ ਸਤਿਗੁਰਾਂ ਨੇ ਰਾਤਰੀ ਦਾ ਸਮਾਂ ਆਇਆ ਹੈ ਔਰ ਭਾਈ ਬਾਲੇ ਨੂੰ ਹੁਕਮ ਕੀਤਾ ਹੈ ਕਿ ਭਾਈ ਬਾਲਾ ਜੀ ਜਾਓ, ਸਿੱਧਾਂ ਦੇ ਕੋਲੋਂ ਕੁਝ ਲੱਕੜਾਂ ਲੈ ਆਓ, ਧੂਣੀ ਬਾਲ ਲਈਏ, ਠੰਡ ਦੂਰ ਹੋਵੇਗੀ। ਜਦੋਂ ਭਾਈ ਬਾਲੇ ਨੇ ਜਾ ਕੇ ਲੱਕੜਾਂ ਚੱਕੀਆਂ ਨੇ ਤੇ ਕੁਝ ਜੋਗੀਆਂ ਨੇ ਆ ਕੇ ਭਾਈ ਬਾਲੇ ਦਾ ਗੁੱਟ ਪਕੜਿਆ ਹੈ। ਉੱਥੇ ਹੀ ਉਹ ਬਲਦੀਆਂ ਲੱਕੜਾਂ ਸੁਕਾ ਦਿੱਤੀਆਂ ਨੇ, ਲੈ ਕੇ ਆਉਣ ਨਹੀਂ ਦਿੱਤੀਆਂ। ਔਰ ਆ ਕਰਕੇ ਭਾਈ ਬਾਲੇ ਨੇ ਸਾਰਾ ਵਰਤਾਂਤ ਸਤਿਗੁਰਾਂ ਨੂੰ ਦੱਸਿਆ ਹੈ। ਔਰ ਮਹਾਰਾਜ ਨੇ ਆਪਣੀ ਸ਼ਕਤੀ ਦੇ ਨਾਲ ਅਗਨੀ ਪ੍ਰਗਟ ਕੀਤੀ ਹੈ, ਧੂਣੀ ਪ੍ਰਗਟ ਕੀਤੀ ਹੈ। ਔਰ ਸਿੱਧਾਂ ਦੇ ਵੇਖ ਕਰਕੇ ਮਨ ਵਿੱਚ ਈਰਖਾ ਜਾਗੀ, ਹਨੇਰੀ ਚਲਾਈ ਹੈ। ਹਨੇਰੀ ਦੇ ਨਾਲ ਜਿੱਥੇ ਆਸੇ ਪਾਸੇ ਖੜੇ ਸਾਰੇ ਦਰਖਤ ਹਨ, ਉਹ ਜੜ੍ਹਾਂ ਤੋਂ ਪੁੱਟੇ ਜਾ ਰਹੇ ਨੇ, ਡਿੱਗ ਰਹੇ ਨੇ। ਜਿਸ ਰੁੱਖ ਦੇ ਥੱਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਵਿਰਾਜੇ ਨੇ, ਜਦੋਂ ਉਹ ਵੀ ਰੁੱਖ ਆਪਣੀਆਂ ਜੜ੍ਹਾਂ ਨੂੰ ਧਰਤੀ ਵਿੱਚੋਂ ਛੱਡਣ ਲੱਗਾ ਹੈ ਤੇ ਮਹਾਰਾਜ ਨੇ ਆਪਣਾ ਪਵਿੱਤਰ ਹੱਥ ਉਸ ਪਿੱਪਲ ਦੇ ਰੁੱਖ ਉੱਪਰ ਰੱਖਿਆ ਹੈ ਔਰ ਹੁਕਮ ਕੀਤਾ ਹੈ ਕਿ ਭਾਈ ਇੱਥੇ ਹੀ ਖੜਾ ਹੈ। ਸੰਗਤ ਜੀ, ਅੱਜ ਵੀ ਉਹ ਪਿੱਪਲ ਉਸੇ ਤਰ੍ਹਾਂ ਹੀ ਜਿਸ ਦੀਆਂ ਜੜ੍ਹਾਂ ਜ਼ਮੀਨ ਦੇ ਵਿੱਚੋਂ ਧਰਤੀ ਦੇ ਵਿੱਚੋਂ ਬਾਹਰ ਨਿਕਲੀਆਂ ਨੇ ਔਰ ਹਰਿਆ ਭਰਿਆ ਖੜਾ ਹੋਇਆ ਹੈ। ਇਸ ਪ੍ਰਕਾਰ ਜਦੋਂ ਸਾਰੀਆਂ ਧੂਣੀਆਂ ਸਿੱਧਾਂ ਦੀਆਂ ਉੱਡ ਫੁੱਟ ਗਈਆਂ ਨੇ, ਪਰ ਗੁਰੂ ਨਾਨਕ ਦੇਵ ਜੀਆਂ ਦੀ ਲਾਈ ਧੂਣੀ ਲਟ ਲਟ ਮਲ ਰਹੀ ਹੈ। ਸਿੱਧਾਂ ਦੇ ਮਨ ਵਿੱਚ ਬੜੀ ਈਰਖਾ ਆਈ ਹੈ ਔਰ ਕੁਝ ਸਿੱਧ ਸਤਿਗੁਰਾਂ ਦੇ ਕੋਲ ਆਏ ਕਹਿਣ ਲੱਗੇ ਕਿ ਜੇਕਰ ਇਤਨੀ ਸ਼ਕਤੀ ਦੇ ਮਾਲਕ ਹੋ ਤੇ ਜਾਓ, ਅੱਜ ਪੁਰਬ ਦਾ ਤਿਉਹਾਰ ਹੈ, ਤੁਸੀਂ ਗੰਗਾ ਬੁਲਾਓ ਸਾਡੇ ਕੋਲ। ਗੰਗਾ ਨੂੰ ਇੱਥੇ ਬੁਲਾਉਣਾ ਕਰੋ ਤਾਂ ਜੋ ਅਸੀਂ ਇੱਥੇ ਹੀ ਇਸ਼ਨਾਨ ਸਾਧੀਏ। ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨੇ ਨੂੰ ਹੁਕਮ ਕਰਦੇ ਨੇ ਕਿ ਭਾਈ ਮਰਦਾਨਾ ਜੀ, ਜੋ ਜੋਗੀਆਂ ਦੀ ਸੁਆਹ ਇਕੱਠੀ ਕਰਨ ਵਾਲਾ ਫੌੜਾ ਹੈ, ਉਸ ਨੂੰ ਲੈ ਜਾਓ। ਗੰਗਾ ਦੇ ਕਿਨਾਰਿਓਂ ਇੱਧਰ ਨੂੰ ਮੁੜ ਆਇਓ, ਪਿੱਛੇ ਮੁੜ ਕੇ ਨਾ ਵੇਖੋ। ਭਾਈ ਮਰਦਾਨੇ ਨੇ ਬਚਨ ਮੰਨੇ ਨੇ। ਗੰਗਾ ਦੇ ਕਿਨਾਰੋਂ ਤੁਰਿਆ ਆਉਂਦਾ ਹੈ, ਰਸਤੇ ਵਿੱਚ ਆਇਆ ਤੇ ਮਨ ਵਿੱਚ ਸ਼ੰਕਾ ਪੈਦਾ ਹੋਇਆ ਹੈ। ਉਹ ਵੀ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਸੀ। ਉਹਨਾਂ ਦੇ ਹੁਕਮ ਅਨੁਸਾਰ ਭਾਈ ਮਰਦਾਨੇ ਨੇ ਜਦੋਂ ਪਿੱਛੇ ਮੁੜ ਕੇ ਵੇਖਿਆ ਹੈ ਕਿ ਜਲ ਪਿੱਛੇ ਆਉਂਦਾ ਹੈ ਕਿ ਨਹੀਂ, ਜਦੋਂ ਤੱਕ ਪਿੱਛੇ ਮੁੜ ਕੇ ਨਹੀਂ ਵੇਖਿਆ ਜਲ ਆ ਰਿਹਾ ਸੀ। ਪਿੱਛੇ ਮੁੜ ਕੇ ਵੇਖਿਆ ਤੇ ਗੰਗਾ ਉੱਥੇ ਹੀ ਟਿਕ ਗਈ। ਬੜੇ ਉਪਾਅ ਪ੍ਰਯੋਜਨ ਭਾਈ ਮਰਦਾਨੇ ਨੇ ਕੀਤੇ ਨੇ, ਪਰ ਰੱਦੀ ਭਰ ਵੀ ਜਲ ਅੱਗੇ ਨਾ ਆਇਆ। ਗੁਰੂ ਨਾਨਕ ਦੇਵ ਜੀਆਂ ਨੂੰ ਆ ਕਰਕੇ ਸਾਰਾ ਵਰਤਾਂਤ ਭਾਈ ਮਰਦਾਨੇ ਨੇ ਦੱਸਿਆ। ਮਹਾਰਾਜ ਕਹਿੰਦੇ, ਭਾਈ ਕੁਝ ਕੁ ਕੋਹਾਂ ਤੇ ਜਲ ਰਹਿ ਗਿਆ ਹੈ,
ਅਸੀਂ ਜਿੱਥੋਂ ਤੱਕ ਲਾਇਆ ਆ, ਹੁਣ ਬਾਕੀ ਤੁਸੀਂ ਆਪਣੀ ਸ਼ਕਤੀ ਨਾਲ ਲਾਇਆ ਹੋਊ। ਬੜੀਆਂ ਸ਼ਕਤੀਆਂ ਮੰਤਰ ਤੰਤਰ ਜੰਤਰ ਪੜ੍ਹੇ ਨੇ ਪਰ ਸ਼ਰਮਸਾਰ ਹੋਏ, ਗੰਗਾ ਉਦੋਂ ਅੱਗੇ ਨਾ ਚੱਲੀ। ਫਿਰ ਮਹਾਰਾਜ ਦੀ ਪਰਖ ਕਰਦੇ ਨੇ, ਕਹਿਣ ਲੱਗੇ ਮਹਾਰਾਜ ਭੁੱਖ ਲੱਗੀ ਹੈ, ਜੇਕਰ ਆਪ ਜੀ ਸਾਨੂੰ ਕੁਝ ਮਿੱਠੇ ਫਲ ਛਕਾ ਦੇਵੋ। ਤੇ ਗੁਰੂ ਨਾਨਕ ਪਾਤਸ਼ਾਹ ਨੇ ਅੰਮ੍ਰਿਤ ਦ੍ਰਿਸ਼ਟੀ ਰੀਠਿਆਂ ਦੇ ਰੁੱਖ ਦੇ ਉੱਪਰ ਪਾਈ ਹੈ, ਜਿਹੜੇ ਰੀਠੇ ਕਦੇ ਜ਼ਹਿਰ ਵਰਗੇ ਕੌੜੇ ਸਨ। ਜਿੱਧਰ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਨੇ, ਉਧਰ ਰੀਠੇ ਸ਼ਹਿਦ ਵਰਗੇ ਮਿੱਠੇ ਹੋਏ, ਤੇ ਜਿੱਧਰ ਸਿੱਧ ਬੈਠੇ ਨੇ, ਜੋਗੀ ਬੈਠੇ ਨੇ, ਉਧਰ ਰੀਠੇ ਪਹਿਲਾਂ ਵਾਂਗ ਹੀ ਕੌੜੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਕੁਝ ਰੀਠੇ ਤੋੜੇ ਤੇ ਭੰਗਰਨਾਥ ਜੋ ਜੋਗੀ ਉਸ ਨੂੰ ਦਿੱਤੇ। ਉਸ ਨੇ ਛਕ ਕੇ ਆਨੰਦ ਮਾਣਿਆ, ਤੇ ਜਦੋਂ ਲਾਲਚ ਦੇ ਵਿੱਚ ਆ ਕੇ ਕੁਝ ਜੋਗੀ ਰੁੱਖ ਦੇ ਉੱਪਰ ਚੜ੍ਹੇ ਨੇ, ਤੇ ਜਦੋਂ ਗੁਰੂ ਨਾਨਕ ਦੇਵ ਜੀਆਂ ਦੇ ਪਾਸਿਓਂ ਛਕਦੇ ਤੇ ਮਿੱਠੇ ਆਨੰਦ ਦੇਣ ਵਾਲੇ ਨੇ, ਜਦੋਂ ਆਪਣੇ ਪਾਸਿਓਂ ਛਕੇ ਤੇ ਕੌੜੇ ਜ਼ਹਿਰ ਕਰਕੇ ਬੜਾ ਪਛਤਾਵਾ ਹੋਇਆ ਮੂੰਹ ਵਿੱਚ ਪਾ ਕੇ। ਕਹਿਣ ਲੱਗੇ ਮਹਾਰਾਜ ਜਿੱਧਰ ਤੁਸੀਂ ਬੈਠੇ ਹੋ ਇੱਧਰ ਰੀਠੇ ਮਿੱਠੇ ਨੇ, ਤੇ ਜਿੱਧਰ ਅਸੀਂ ਬਰਾਜਦੇ ਹਾਂ ਇੱਧਰ ਕੌੜੇ ਨੇ। ਮਹਾਰਾਜ ਕਹਿੰਦੇ ਭਾਈ ਤੁਸੀਂ ਆਪਣੇ ਆਪ ਨੂੰ ਬੜੇ ਸ਼ਕਤੀਵਾਨ ਕਹਾਉਂਦੇ ਹੋ, ਅਸੀਂ ਆਪਣੇ ਹਿੱਸੇ ਦੇ ਰੀਠੇ ਮਿੱਠੇ ਕਰ ਦਿੱਤੇ ਨੇ, ਬਾਕੀ ਹੁਣ ਤੁਸੀਂ ਆਪ ਕਰ ਲਓ। ਬੜੀਆਂ ਸ਼ਕਤੀਆਂ ਮੰਤਰ ਤੰਤਰ ਮਾਰੇ ਨੇ, ਪਰ ਰਤੀ ਭਰ ਵੀ ਕੋਈ ਰੀਠਾ ਮਿੱਠਾ ਨਾ ਹੋਇਆ, ਬੜੇ ਸ਼ਰਮਸਾਰ ਹੋਏ। ਤੇ ਅੱਜ ਵੀ ਸੰਗਤ ਜੀ ਉੱਥੇ ਰੀਠਿਆਂ ਦਾ ਪ੍ਰਸ਼ਾਦ ਮਿਲਦਾ ਹੈ। ਜਿੱਧਰਲੇ ਪਾਸੇ ਗੁਰੂ ਨਾਨਕ ਦੇਵ ਜੀ ਬਿਰਾਜੇ ਸਨ ਉੱਧਰ ਰੀਠੇ ਮਿੱਠੇ ਨੇ, ਤੇ ਜਿੱਧਰ ਜੋਗੀ ਬੈਠੇ ਸਨ ਇੱਕੋ ਰੁੱਖ ਹਨ, ਇੱਕੋ ਰੁੱਖ ਨੂੰ ਅੱਧੇ ਰੀਠੇ ਮਿੱਠੇ ਲੱਗਦੇ ਨੇ ਔਰ ਅੱਧੇ ਜ਼ਹਿਰ ਵਰਗੇ ਕੌੜੇ ਨੇ। ਏਦਾਂ ਮਹਾਰਾਜ ਦੀ ਵਾਰ-ਵਾਰ ਪਰਖ ਕਰਦੇ ਰਹੇ। ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਜਿਹੜਾ ਮਨ ਦਾ ਹੰਕਾਰ ਹੈ ਉਹ ਦੂਰ ਕਰਨਾ ਚਾਹੁੰਦੇ ਸਨ, ਕਿ ਮਨ ਦਾ ਹੰਕਾਰ ਦੂਰ ਹੋ ਜਾਵੇ ਤੇ ਇਹ ਸਿੱਧੇ ਰਸਤੇ ਪੈ ਜਾਣ। ਫਿਰ ਮਹਾਰਾਜ ਜੀਆਂ ਦੇ ਨਾਲ ਇੱਕ ਧੋਖਾ ਕੀਤਾ। ਛੋਟਾ ਬੱਚਾ ਜ਼ਮੀਨ ਦੇ ਵਿੱਚ ਟੋਆ ਪੱਟ ਕੇ ਬਿਠਾਇਆ। ਗੁਰੂ ਨਾਨਕ ਦੇਵ ਜੀਆਂ ਨੂੰ ਕਹਿਣ ਲੱਗੇ ਕਿ ਆਓ ਧਰਤੀ ਨੂੰ ਪੁੱਛ ਲਈਏ, ਧਰਤੀ ਗੁਰੂ ਨਾਨਕ ਦੀ ਹੈ ਜਾਂ ਸਿੱਧਾਂ ਦੀ ਹੈ। ਮਹਾਰਾਜ ਕਹਿੰਦੇ ਭਾਈ ਤੁਸੀਂ ਸ਼ਕਤੀਵਾਨ ਹੋ, ਤੁਸੀਂ ਕਰਾਮਾਤੀ ਹੋ, ਤੁਸੀਂ ਪੁੱਛ ਲਓ। ਕਹਿੰਦੇ ਜੀ 3 ਵਾਰ ਪੁੱਛਾਂਗੇ, ਜੇਕਰ 3 ਵਾਰੀ ਧਰਤੀ ਸਾਡੇ ਹੱਕ ਵਿੱਚ ਬੋਲੀ ਫਿਰ ਆਪ ਜੀ ਇੱਥੋਂ ਚਲੇ ਜਾਏ। ਮਹਾਰਾਜ ਕਹਿੰਦੇ ਭਾਈ ਜਿਵੇਂ ਆਪ ਜੀ ਨੂੰ ਚੰਗਾ ਲੱਗੇ। ਇਸੇ ਪ੍ਰਕਾਰ ਬੱਚੇ ਨੂੰ ਸਿਖਾ ਕਰਕੇ ਧਰਤੀ ਵਿੱਚ ਬਿਠਾਇਆ ਹੈ। 2 ਵਾਰ ਪੁੱਛਿਆ ਹੈ ਤੇ ਦੋਵੇਂ ਵਾਰ ਉਸਨੇ ਜਵਾਬ ਦਿੱਤਾ ਹੈ ਕਿ ਮੈਂ ਸਿੱਧਾਂ ਦੀ ਧਰਤੀ ਹਾਂ, ਸਿੱਧਾਂ ਦੀ ਆਗਿਆ ਵਿੱਚ ਚੱਲਦੀਆਂ। ਬੜੇ ਖੁਸ਼ ਹੋਏ, ਪ੍ਰਸੰਨ ਹੋਏ। ਜਦੋਂ ਇਸ ਪ੍ਰਕਾਰ ਤੀਸਰੀ ਵਾਰ ਪੁੱਛਿਆ ਹੈ ਧਰਤੀ ਕਿਸਦੀ ਹੈ, ਗੁਰੂ ਨਾਨਕ ਦੇਵ ਜੀ ਪਹਿਲਾਂ ਹੀ ਬੋਲ ਪਏ ਕਿ ਇਹ ਧਰਤੀ ਹੁਣ ਤੂੰ ਜਣੇ ਖਣੇ ਦੀਆਂ ਗੱਲਾਂ ਦਾ ਜਵਾਬ ਦੇਵੇਗੀ, ਜਾਂ ਜੋ ਧਰਤੀ ਵਿੱਚ ਬੈਠਾ ਹੈ ਹਾਲੇ ਬੋਲਣ ਜੋਗਾ ਹੈਗਾ ਹੈ। ਇਹਨੇ ਬਚਨ ਜਦੋਂ ਸਤਿਗੁਰਾਂ ਦੇ ਮੁਖੋਂ ਨਿਕਲੇ ਤੇ ਬੱਚੇ ਦੀ ਮੌਤ ਹੋਈ ਹੈ। ਕੁਝ ਕੁ ਸਮਾਂ ਪੁੱਛਦੇ ਰਹੇ, ਬੜੇ ਹੀਲੇ ਵਸੀਲੇ ਅਪਣਾਏ ਨੇ, ਪਰ ਬੱਚਾ ਵਿੱਚੋਂ ਨਾ ਬੋਲਿਆ। ਤੇ ਜੋ ਘਾਹ ਚੁੱਕ ਕੇ ਵਿੱਚੋਂ ਕੱਢਿਆ ਤੇ ਮਰਿਆ ਨਿਕਲਿਆ। ਬੜੇ ਸ਼ਰਮਸਾਰ ਹੋਏ, ਮਨ ਦੇ ਅੰਦਰ ਪਛਤਾਵਾ ਹੋਇਆ। ਗੁਰੂ ਨਾਨਕ ਦੇਵ ਜੀਆਂ ਦੇ ਕੋਲ ਮੰਗਲਨਾਥ ਵਰਗੇ ਜਿਹੜੇ ਪ੍ਰੇਮੀ ਜੋਗੀ ਸਨ ਆਏ ਕਿ ਮਹਾਰਾਜ ਇਹਨਾਂ ਮੂਰਖਾਂ ਦੀਆਂ ਭੁੱਲਾਂ ਬਖਸ਼ ਲਵੋ। ਸਤਿਗੁਰਾਂ ਨੇ ਉੱਥੇ ਇੱਕੋ ਹੀ ਵਚਨ ਕੀਤਾ ਹੈ ਕਿ ਸਮੁੰਦਰ ਦੇ ਵਿੱਚੋਂ ਤਮਕਾ ਕੱਢ ਲਈਏ ਤੇ ਘਟਦਾ ਨਹੀਂ, ਤਮਕਾ ਪਾ ਦਈਏ ਤੇ ਕਦੇ ਵੱਧਦਾ ਨਹੀਂ। ਇਸੇ ਪ੍ਰਕਾਰ ਮਹਾਰਾਜ ਜੀਆਂ ਨੇ ਉਹਨਾਂ ਦੇ ਜਿਹੜਾ ਮਨ ਦਾ ਹੰਕਾਰ ਹੈ ਉਹ ਤੋੜਿਆ ਹੈ ਤੇ ਇਸ ਪ੍ਰਕਾਰ ਅੱਗੇ ਚੱਲੇ ਨੇ। ਉਸ ਬੱਚੇ ਨੂੰ ਮਹਾਰਾਜ ਜੀਆਂ ਨੇ ਜਿਉਂਦਾ ਕੀਤਾ ਹੈ। ਸਿੱਧ ਅੱਗੇ ਚਲੇ ਗਏ ਨੇ। ਜੋ ਉੱਥੋਂ ਦੀਆਂ ਸੰਗਤਾਂ ਨੇ ਉਹਨਾਂ ਨੇ ਗੋਰਖ ਮਤੇ ਤੋਂ ਉਸ ਦਾ ਨਾਮ ਨਾਨਕ ਮਤਾ ਰੱਖ ਦਿੱਤਾ। ਇਸੇ ਪ੍ਰਕਾਰ ਕੱਲ ਦੀਆਂ ਕਥਾ ਵਿਚਾਰਾਂ ਆਈਆਂ ਸਨ। ਆਓ ਜਿਸ ਪ੍ਰਕਾਰ ਅੱਗੇ ਤੋਂ ਇਤਿਹਾਸ ਆਉਂਦਾ ਹੈ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਭੁਜੰਗ ਪਰਿਆਪ ਛੰਦ
ਨਮੋ ਚੰਡਕਾ ਮੰਡਕਾ ਸਰਬ ਲੋਕਾ। ਕਵੀ ਸੰਤੋਖ ਸਿੰਘ ਜੀ ਨਵੇਂ ਅਧਿਆਏ ਦੀ ਆਰੰਭਤਾ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਦਾ ਮੰਗਲ ਕਰਦੇ ਨੇ ਕਿ ਨਮੋ ਚੰਡਕਾ ਮੰਡਕਾ ਸਰਬ ਲੋਕਾ। ਸੰਗਤ ਜੀ, ਇਹ ਸ਼ਕਤੀਆਂ ਦੇ ਨਾਮ ਨੇ। ਕਈ ਵਾਰੀ ਚੰਡਕਾ ਮੰਡਕਾ ਪੜ੍ਹਦੇ ਹਨ ਤੇ ਕੁਝ ਲੋਕ ਸ਼ੰਕਾਬਾਦੀ ਹੋ ਜਾਂਦੇ ਨੇ ਕਿ ਸ਼ਾਇਦ ਇਹ ਦੇਵੀ ਜਾਂ ਦੇਵਤਿਆਂ ਦੇ ਨਾਮ ਹੋਣਗੇ। ਵੇਖੋ, ਜਪਜੀ ਸਾਹਿਬ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਅਸੀਂ 100 ਦਰ ਤੋਂ ਅੱਗੇ ਜਦੋਂ ਪੜ੍ਹੀਏ ਨਾ ਤੇ ਸ਼ਬਦ ਆਉਂਦਾ ਹੈ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜੋ ਸੰਸਾਰ ਨੂੰ ਪੈਦਾ ਕਰਨ ਵਾਲੀ ਸ਼ਕਤੀ ਹੈ ਉਸ ਨੂੰ ਮਹਾਰਾਜ ਨੇ ਬ੍ਰਹਮੇ ਦਾ ਨਾਮ ਦਿੱਤਾ ਹੈ। ਔਰ ਜੋ ਭੰਡਾਰੀ ਭਾਵ ਪਾਲਣਾ ਕਰਨ ਵਾਲੀ ਸ਼ਕਤੀ ਹੈ ਉਸ ਨੂੰ ਸਤਿਗੁਰਾਂ ਨੇ ਵਿਸ਼ਨੂੰ ਦਾ ਨਾਮ ਦਿੱਤਾ ਹੈ। ਤੇ ਜੋ ਇਸ ਇੱਕ ਲਾਏ ਦੀ ਬਾਣ, ਜੋ ਸੰਸਾਰ ਨੂੰ ਮੌਤ ਦੇ ਤੀਰ ਲਾਉਂਦਾ ਹੈ, ਮਾਰਨ ਵਾਲਾ, ਸੰਘਾਰਨ ਵਾਲਾ ਹੈ, ਉਸ ਨੂੰ ਸਤਿਗੁਰਾਂ ਨੇ ਸ਼ਿਵ ਜੀ ਕਿਹਾ। ਇਸ ਪ੍ਰਕਾਰ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਦੀਆਂ ਸ਼ਕਤੀਆਂ, ਪਰ ਨਾਮ ਵੱਖੋ ਵੱਖਰੇ ਨੇ। ਜਿਵੇਂ ਦੁੱਧ ਤੋਂ ਕਈ ਪਦਾਰਥ ਤਿਆਰ ਹੁੰਦੇ ਨੇ, ਦਹੀਂ, ਲੱਸੀ, ਮੱਖਣ, ਘਿਓ ਆਦਿ, ਪਰ ਉਹ ਸਾਰੀ ਪੈਦਾਇਸ਼ ਤਾਂ ਦੁੱਧ ਦੀ ਹੁੰਦੀ ਹੈ। ਵੱਖੋ ਵੱਖਰੇ ਉਹਨਾਂ ਦੇ ਨਾਮ ਹੁੰਦੇ ਨੇ, ਪਰ ਉਹਨਾਂ ਦਾ ਧੁਰਾ ਦੁੱਧ ਹੀ ਹੁੰਦਾ ਹੈ। ਇੱਦਾਂ ਹੀ ਮਹਾਰਾਜ ਕਹਿੰਦੇ ਜਿਹੜੇ ਵੈਰੀਆਂ ਨੂੰ ਮਾਰਨ ਵਾਲੀ ਹੈ ਨਾ, ਇਸੇ ਸ਼ਕਤੀ ਨੂੰ ਮਹਾਰਾਜ ਨੇ ਚੰਡੀ ਆਖਿਆ ਹੈ ਕਿ ਨਮਸਕਾਰ। ਕਵੀ ਸੰਤੋਖ ਸਿੰਘ ਜੀ ਕਹਿੰਦੇ ਜੋ ਵੈਰੀਆਂ ਵਿਕਾਰਾਂ ਨੂੰ ਮਾਰਨ ਵਾਲੀ ਹੈ ਔਰ ਸਾਰਿਆਂ ਹੀ ਲੋਕਾਂ ਨੂੰ ਸੁਖ ਦੇਣ ਵਾਲੀ ਹੈ ਜੀ। ਪ੍ਰਸੀਦੇ ਸਦਾ ਦਾਸ ਦੇਤੀ ਅਸੁਕਾ। ਤੇ ਜਿਹੜੇ ਦਾਸ ਨੇ, ਸੇਵਕ ਨੇ, ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਉਹਨਾਂ ਤੇ ਕਿਰਪਾ ਕਰਦੀ ਹੈ ਤੇ ਲੋਕਾਂ ਨੂੰ ਚਿੰਤਾ ਤੋਂ ਰਹਿਤ ਕਰਦੀ ਹੈ। ਖਾਤੇ ਦੈਂਤ ਬ੍ਰਿੰਦੰ ਰੱਖਿਓ ਬੱਜਰ ਪਾਨੀ। ਐਸੀ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਹੈ ਜੋ ਚੰਡਕਾ, ਜਿਸ ਨੇ ਇੰਦਰ ਦਾ ਰਾਜ ਭਾਗ ਸਲਾਮਤ ਰੱਖਿਆ ਹੈ ਔਰ ਦੈਂਤਾਂ ਨੂੰ, ਦੂਤਾਂ ਨੂੰ ਮਾਰ ਮਕਾਇਆ ਹੈ। ਕਰੋ ਗ੍ਰੰਥ ਪੂਰਨ ਨਮੋ ਬਾਗਬਾਨੀ। ਤੇ ਕਵੀ ਜੀ ਕਹਿੰਦੇ ਹੈ, ਅਕਾਲ ਪੁਰਖ ਵਾਹਿਗੁਰੂ ਮੇਰੇ ਤੇ ਵੀ ਕਿਰਪਾ ਕਰੋ। ਜਿਹੜੇ ਗੁਰ ਇਤਿਹਾਸ ਦੇ ਗ੍ਰੰਥ ਮੈਂ ਆਰੰਭ ਕੀਤੇ ਨੇ, ਆਪ ਜੀ ਰਸਨਾ ਦੇ ਵਿੱਚ ਵਸ ਕਰਕੇ ਇਹਨਾਂ ਗ੍ਰੰਥਾਂ ਦੀ ਸੰਪੂਰਨਤਾ ਬਖਸ਼ੋ ਜੀ। ਸ੍ਰੀ ਬਾਲਾ ਸੁੰਦਰਬਾਜ। ਖਡੂਰ ਸਾਹਿਬ ਦੀ ਧਰਤੀ ਦੇ ਉੱਪਰ ਭਾਈ ਬਾਲਾ ਜੀ ਜੋ ਸੰਧੂ ਗੋਤ ਨਾਲ ਸੰਬੰਧ ਰੱਖਦੇ ਨੇ, ਇਸ ਪ੍ਰਕਾਰ ਅੱਗੇ ਗੁਰ ਇਤਿਹਾਸ ਸਤਿਗੁਰਾਂ ਨੂੰ, ਸੰਗਤਾਂ ਨੂੰ ਸੁਣਾਉਂਦੇ ਨੇ ਜੀ। ਚੌਪਈ ਸ੍ਰੀ ਅੰਗਦ ਸੁਨ ਕਥਾ ਕਹਾਣੀ। ਭਾਈ ਬਾਲਾ ਜੀ ਕਹਿੰਦੇ ਸ਼੍ਰੋਮਣੀ ਗੁਰੂ ਅੰਗਦ ਦੇਵ ਜੀ ਮਹਾਰਾਜ ਅੱਗੇ ਜੋ ਆਉਣ ਵਾਲੀ ਬੜੀ ਮਹਾਨ ਕਥਾ ਹੈ, ਸਰਵਣ ਕਰੋ। ਤਹਤੇ ਕਮਨ ਕੀਨ ਗੁਣ ਖਾਨੀ। ਗੁਰੂ ਨਾਨਕ ਪਾਤਸ਼ਾਹ ਨੇ ਫਿਰ ਉਸ ਯੂਪੀ ਦੇ ਇਲਾਕੇ ਤੋਂ ਅੱਗੇ ਜਾਣਾ ਕੀਤਾ ਹੈ। ਦਿੱਲੀ ਨਗਰ ਵਿਸਾਲ ਬਸੇਰਾ। ਮਹਾਰਾਜ ਦਿੱਲੀ ਵੱਲ ਨੂੰ ਆਏ ਨੇ ਤੇ ਦਿੱਲੀ ਦਾ ਜੋ ਨਗਰ ਬੜਾ ਸੁੰਦਰ ਹੀ ਪ੍ਰਫੁੱਲਤ ਹੈ। ਉਪਵਨ ਵਿਖੇ ਆਨ ਕੀਏ ਡੇਰਾ। ਮਹਾਰਾਜ ਜੀਆਂ ਨੇ ਆ ਕਰਕੇ ਇੱਕ ਸੁੰਦਰ ਬਗੀਚੇ ਅੰਦਰ ਡੇਰਾ ਕੀਤਾ ਹੈ ਜੀ। ਗਾਵਣ ਲੱਗਾ ਸ਼ਬਦ ਮਰਦਾਨਾ। ਤੇ ਭਾਈ ਮਰਦਾਨੇ ਨੇ ਰਬਾਬ ਚੱਕੀ ਹੈ ਔਰ ਸੁੰਦਰ ਸ਼ਬਦ ਗਾਉਣ ਲੱਗਾ ਹੈ। ਸੁਨਤ ਪ੍ਰੇਮ ਮਹਿ ਮਗਨ ਮਹਾਨਾ। ਇਸ ਪ੍ਰਕਾਰ ਪ੍ਰੇਮ ਦੇ ਵਿੱਚ ਆ ਕਰਕੇ ਭਾਈ ਮਰਦਾਨਾ ਜੀ ਗਾਉਂਦੇ ਗਾਉਂਦੇ ਮਗਨ ਹੋਏ ਨੇ। ਰੁਚਰ ਰਾਗ ਕਰਕੇ ਜੁਗ ਪ੍ਰੀਤੇ। ਬੜੇ ਪ੍ਰੇਮ ਦੇ ਨਾਲ ਰਾਗਾਂ ਦੇ ਸਹਿਤ ਗਾਉਂਦੇ ਨੇ। ਤੁਸਨ ਬਹੁ ਮਹੂਰਤ ਬੀਤੇ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਚੁੱਪ ਨੂੰ ਧਾਰਨ ਕਰਕੇ ਬੈਠੇ ਆਨੰਦ ਮਾਣਦੇ ਨੇ। ਏਦਾਂ ਜਦੋਂ ਕੁਝ ਸਮਾਂ ਬਤੀਤ ਹੋਇਆ ਹੈ, ਪਾਤਸ਼ਾਹੇ ਕੋ ਕੁੰਚਨ ਭਾਰੀ। ਤੇ ਜਿਹੜਾ ਦਿੱਲੀ ਦਾ ਰਾਜਾ ਹੈ ਨਾ, ਉਹਦਾ ਇੱਕ ਬੜਾ ਵੱਡਾ ਹਾਥੀ ਸੀ। ਮ੍ਰਿਤਕ ਪੁੱਤੋ ਤਿਤ ਬਾਗ ਮਝਾਰੀ। ਇਸ ਪ੍ਰਕਾਰ ਬਾਗ ਦੇ ਅੰਦਰ ਉਸ ਹਾਥੀ ਦੀ ਮੌਤ ਹੋਈ ਹੈ। ਰੋਏ ਮਹਾਵਤ ਊਚ ਪੁਕਾਰਤ। ਤੇ
ਜਿਹੜੇ ਹਾਥੀ ਨੂੰ ਪਾਲਣ ਵਾਲੇ ਸਨ, ਜੋ ਹਾਥੀ ਨੂੰ ਚਾਰਾ ਪਾਉਂਦੇ ਸਨ, ਸਾਂਭ ਸੰਭਾਲ ਕਰਦੇ ਸਨ, ਉਹ ਪਰਿਵਾਰ ਉੱਚੀ ਉੱਚੀ ਰੋਂਦਾ ਹੈ। ਏਕ ਜੀਵ ਕਾ ਦੁਖ ਮਮ ਆਰਤ, ਏਦਾਂ ਕਹਿ ਕਹਿ ਕੇ ਰੋਂਦੇ ਨੇ ਕਿ ਹਾਥੀ ਨਹੀਂ ਮਰਿਆ, ਸਾਡੀ ਸਾਰੀ ਜੀਵਕਾ, ਸਾਡਾ ਸਾਰਾ ਗੁਜ਼ਾਰਾ ਹੀ ਮਰ ਗਿਆ ਹੈ। ਦੀਨ ਪੈ ਕਰ ਲਾਵਤ ਐਸੇ, ਏਦਾਂ ਜਦੋਂ ਦੀਨ ਹੋ ਕਰਕੇ, ਅਧੀਨ ਹੋ ਕੇ ਉੱਚੀ ਉੱਚੀ ਰੋਂਦੇ ਨੇ। ਕਿਰਪਨ ਦਰਬ ਜਾਏ ਕੇ ਜੈਸੇ, ਇਸ ਪ੍ਰਕਾਰ ਜਿਵੇਂ ਕੰਜੂਸ ਬੰਦੇ ਦਾ ਜੋੜਿਆ ਹੋਇਆ ਧਨ ਸਾਰਾ ਹੀ ਗਵਾਚ ਜਾਵੇ, ਏਦਾਂ ਉਹ ਗਰੀਬ ਪਰਿਵਾਰ ਹਾਥੀ ਦੇ ਮਰਨ ਤੇ ਰੋਂਦਾ ਹੈ। ਅਵਲੋਕਿਓ ਜਬ ਹੀ ਤਨ ਤਾਈ, ਗੁਰੂ ਨਾਨਕ ਪਾਤਸ਼ਾਹ ਨੇ ਫਿਰ ਭਾਈ ਮਰਦਾਨੇ ਨੂੰ ਘੱਲਿਆ ਹੈ ਕਿ ਭਾਈ ਮਰਦਾਨਾ ਜੀ ਜਰਾ ਵੇਖੋ ਕਿ ਇਹ ਕੌਣ ਰੋਂਦਾ ਹੈ, ਕਿਸ ਦੇ ਰੋਣ ਦੀਆਂ ਆਵਾਜ਼ਾਂ ਆਉਂਦੀਆਂ ਨੇ। ਭਾਈ ਮਰਦਾਨੇ ਨੇ ਸਾਰਾ ਵਰਤਾਂਤ ਆ ਕੇ ਜਦੋਂ ਸਤਿਗੁਰਾਂ ਨੂੰ ਦੱਸਿਆ ਤੇ ਮਹਾਰਾਜ ਉੱਠ ਕੇ ਜਦੋਂ ਆਪ ਵੇਖਣ ਲੱਗੇ ਨੇ, ਬੜੀ ਕਿਰਪਾ ਦ੍ਰਿਸ਼ਟੀ ਪਾਈ ਹੈ। ਕਰੁਣਾ ਨਿਧ ਔਰ ਕਰੁਣਾ ਛਾਈ, ਕਿਰਪਾਲੂ ਦਿਆਲੂ ਸੁਭਾਅ ਦੇ ਨੇ ਮਾਲਕ ਗੁਰੂ ਨਾਨਕ ਦੇਵ ਜੀ। ਉਹਨਾਂ ਗਰੀਬਾਂ ਨੂੰ ਰੋਂਦਿਆਂ ਵੇਖ ਕੇ ਬੜੀ ਅੰਦਰ ਕਿਰਪਾ ਪ੍ਰਗਟ ਹੋਈ ਹੈ। ਪੂਜਣ ਲੱਗੇ ਕੌਣ ਦੁਖ ਭਾਰੀ, ਮਹਾਰਾਜ ਉਸ ਪਰਿਵਾਰ ਦੇ ਨੇੜੇ ਜਾ ਕੇ ਪੁੱਛਣ ਲੱਗੇ ਨੇ, ਭਾਈ ਕੀ ਦੁੱਖ ਹੈ? ਜਿਸ ਤੇ ਤੁਮ ਰੋਗ ਹੋ ਤ੍ਰਿਤ ਹਾਰੀ, ਜਿਸ ਰੁੱਖ ਦੇ ਕਾਰਨ ਤੁਸੀਂ ਉੱਚੀ ਉੱਚੀ ਰੋਂਦੇ ਹੋ। ਕਿਨ ਮਾਰੇ ਕੈ ਕੂਸਨ ਕੀਨੇ, ਕਿਹਨੇ ਆਪ ਜੀਆਂ ਨੂੰ ਲੁੱਟਿਆ ਹੈ ਜਾਂ ਕਿਸ ਨੇ ਹਾਥੀ ਨੂੰ ਮਾਰਿਆ ਹੈ। ਨਿਜ ਕਰਮ ਨ ਕਤਲ ਹੋ ਜੀਨੇ, ਇਸ ਪ੍ਰਕਾਰ ਇਹ ਸਾਰਾ ਜਿਹੜਾ ਮਿਲਣ ਦਾ ਔਰ ਵਿਛੜਨ ਦਾ ਸਿਲਸਿਲਾ ਹੈ, ਇਹ ਸਾਰਾ ਹੀ ਕਰਮਾਂ ਦਾ ਬਣਿਆ ਹੈ। ਸੰਤ ਸਰੂਪ ਜਾਨ ਮਨ ਸੋ, ਤੇ ਜਦੋਂ ਸਤਿਗੁਰਾਂ ਨੇ ਐਸੇ ਬਚਨ ਕੀਤੇ ਤੇ ਉਸ ਪਰਿਵਾਰ ਨੇ ਸਤਿਗੁਰਾਂ ਨੂੰ ਸੰਤ ਸਰੂਪ ਜਾਣਿਆ ਹੈ। ਬੰਧਨ ਕਰੀ ਬੰਦ ਕਰ ਦੋ, ਦੋਨੋਂ ਹੱਥ ਜੋੜ ਕਰਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ ਜੀ। ਮਿਲਦੀ ਉਸਤਤ ਕੀਮਤ ਸਾਨੀ, ਤੇ ਸਤਿਗੁਰਾਂ ਨੂੰ ਹੱਥ ਜੋੜ ਕੇ ਇਸ ਪ੍ਰਕਾਰ ਬੇਨਤੀਆਂ ਕਰਦੇ ਨੇ। ਬੋਲੇ ਅਕਸੈ ਆਪਰਬਾਨੀ, ਬੜੇ ਦੁਖੀ ਹੋ ਕਰਕੇ ਇਸ ਪ੍ਰਕਾਰ ਸਤਿਗੁਰਾਂ ਨੂੰ ਦੱਸਣ ਲੱਗੇ ਨੇ। ਦੋਹਰਾ ਸੁਨੋ ਬ੍ਰਿਥਾ ਦਰਵੇਸ਼ ਜੀ, हे ਦਰਵੇਸ਼ ਸਾਧੂ ਸੰਤ ਜੀ, ਅਸੀਂ ਆਪ ਜੀਆਂ ਨੂੰ ਦੱਸਦੇ ਹਾਂ। ਕੁੰਚਰ ਪੁਤੋ ਮਹਾਨ, ਇਹ ਜਿਹੜਾ ਹਾਥੀ ਸੀ ਨਾ, ਇਹ ਸਾਡੇ ਵਾਸਤੇ ਬੜਾ ਮਹਾਨ ਸੀ। ਰੋਗ ਭਾ ਅਬ ਮਰ ਗਇਓ, ਮਹਾਰਾਜ ਪਤਾ ਨਹੀਂ ਇਸ ਨੂੰ ਕੀ ਰੋਗ ਲੱਗਿਆ ਜੋ ਇਸ ਦੀ ਮੌਤ ਹੋਈ ਹੈ। ਕੋਈ ਨਾ ਸਕਿਓ ਪਛਾਨ, ਮਹਾਰਾਜ ਸਾਨੂੰ ਪਤਾ ਹੀ ਨਹੀਂ ਚੱਲਿਆ ਕਦੋਂ ਮੌਤ ਹੋਈ, ਕੀ ਰੋਗ ਸੀ। ਚੌਪਈ ਉਤੇ ਮਹਾਵਤ ਹੈ ਤਿਸ ਕੇਰੇ, ਮਹਾਰਾਜ ਇਹ ਸਾਡੇ ਲਈ ਬੜਾ ਖਾਸ ਸੀ। ਚੱਲ ਹੁਤੀ ਗੁਜ਼ਾਰਨ ਕਨੇਰੇ, ਇਹ ਰਾਜੇ ਦਾ ਹਾਥੀ ਸੀ, ਅਸੀਂ ਇਸ ਦੀ ਪਾਲਣਾ ਕਰਦੇ ਸੀ, ਸੇਵਾ ਕਰਦੇ ਸੀ ਤੇ ਇਸ ਦੇ ਨਾਲ ਰਾਜਾ ਸਾਡਾ ਗੁਜ਼ਾਰਾ ਕਰਦਾ ਚਲਾਉਂਦਾ ਸੀ। ਮ੍ਰਿਤ ਪਏ ਹਟਕਾ ਰੁਜਗਾਰਾ, ਮਹਾਰਾਜ ਹੁਣ ਇਹ ਹਾਥੀ ਮਰ ਗਿਆ ਏ ਤੇ ਹੁਣ ਰਾਜੇ ਨੇ ਸਾਨੂੰ ਕੰਮ ਤੋਂ ਹਟਾ ਦੇਣਾ, ਸਾਡਾ ਗੁਜ਼ਾਰਾ ਔਖਾ ਹੋਵੇਗਾ। ਕਿਉ ਪਾਲਣ ਅਬੈ ਮਾਮਾ ਪਰਵਾਰਾ, ਤੇ ਮੈਂ ਆਪਣੇ ਪਰਿਵਾਰ ਨੂੰ ਕਿਵੇਂ ਪਾਲਾਂਗਾ, ਇਹ ਸੋਚ ਸੋਚ ਰੋਂਦਾ ਹਾਂ। ਔਰ ਉਪਾਏ ਨਾ ਜਾਣੋ ਕੋ, ਮਹਾਰਾਜ ਹੋਰ ਸਾਡੇ ਕੋਲ ਕੋਈ ਕੰਮ ਵੀ ਨਹੀਂ ਜਿਸ ਦੇ ਨਾਲ ਘਰ ਚੱਲ ਪਵੇ। ਰੋਜੀ ਜਿਹਤੇ ਪੈਦੇ ਹੋ, ਮਹਾਰਾਜ ਐਸਾ ਹੋਰ ਕਿਹੜਾ ਕੰਮ ਸਾਡੇ ਕੋਲ ਹੋਵੇ ਜਿਸ ਤੋਂ ਸਾਨੂੰ ਰੋਟੀ ਨਸੀਬ ਹੋਵੇ ਜੀ। ਇਸ ਦੁਖ ਦੇ ਹਮ ਰੋਤ ਬੈਸੇ, ਮਹਾਰਾਜ ਰੋਟੀ ਦੇ ਦੁੱਖ ਤੋਂ, ਬੱਚਿਆਂ ਦੇ ਦੁੱਖ ਤੋਂ ਰੋਂਦੇ ਹਾਂ। ਗੁਜਰ ਹਮਾਰੀ ਚੱਲ ਹੈ ਕੈਸੇ, ਕਿਵੇਂ ਸਾਡੇ ਘਰ ਦਾ ਗੁਜ਼ਾਰਾ ਚੱਲੇਗਾ, ਇਹ ਸੋਚ ਸੋਚ ਦੁੱਖ ਹੁੰਦਾ ਹੈ। ਦੋਹਰਾ ਸ੍ਰੀ ਗੁਰ ਕਹੈ ਨਾ ਚਿੰਤ ਕਰ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਭਾਈ ਚਿੰਤਾ ਨਾ ਕਰੋ,
ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸਹੀ ਹੈ ਜਲ ਮੈਂ ਜੰਤ ਉਪਾਏ ਤਿਨਾ ਕੀ ਰੋਜੀ ਦੇ। ਮਹਾਰਾਜ ਕਹਿੰਦੇ ਭਾਈ ਚਿੰਤਾ ਨਾ ਕਰੋ, ਜੋ ਪਰਮੇਸ਼ਰ ਨੇ ਪੈਦਾ ਕੀਤਾ ਹੈ ਉਸ ਦੇ ਪੈਦਾ ਕਰਨ ਤੋਂ ਪਹਿਲਾਂ ਉਸ ਦੇ ਖਾਣੇ ਦਾ, ਉਸ ਦੀ ਰੋਜੀ ਦਾ ਪ੍ਰਬੰਧ ਕੀਤਾ ਹੈ ਜੀ। ਸਭ ਕੋ ਦੈ ਕਰਤਾਰ, ਸਾਰਿਆਂ ਤਾਈਂ ਭੋਜਨ ਦਿੰਦਾ ਹੈ ਪਰਮੇਸ਼ਰ। ਜਿਤੇ ਬਹਾਨੀ ਜਗਤ ਕੇ, ਇਸ ਪ੍ਰਕਾਰ ਜਿੰਨੇ ਵੀ ਜੀਵ ਜੰਤੂ ਸਤਿਗੁਰਾਂ ਨੇ ਪੈਦਾ ਕੀਤੇ ਨੇ, ਕਾਰਨ ਹਾਰ ਇਕ ਧਾਰ, ਤੇ ਇੱਕੋ ਪਰਮੇਸ਼ਰ ਹੀ ਹੈ ਜੋ ਉਹਨਾਂ ਦੀ ਪਾਲਣਾ ਕਰਦਾ ਹੈ। ਚੌਪਈ ਕੁੰਜਰ ਹਿਰਦ ਰੋਗ ਕੋ ਤੁਮ ਨਾਹੀ, ਭਾਈ ਹਾਥੀ ਦੇ ਮਨ ਤੇ ਮਤ ਰੋਵੋ, ਸਿਮਰਹੁ ਨਾਮ ਪ੍ਰਭੂ ਮਨ ਮਾਹੀ। ਇੱਕੋ ਪਰਮੇਸ਼ਰ ਵਾਹਿਗੁਰੂ ਦਾ ਨਾਮ ਸਿਮਰਨਾ ਕਰੋ ਜੀ। ਜੋ ਜਿਆਵਤ ਮਾਰਤ ਹੈ ਸੋ, ਉਹੀ ਅਕਾਲ ਪੁਰਖ ਵਾਹਿਗੁਰੂ ਹੈ, ਉਹੀ ਪੈਦਾ ਕਰਦਾ ਹੈ ਔਰ ਉਹੀ ਜੀਵਾਂ ਨੂੰ ਮਾਰਦਾ ਹੈ। ਵਾਹਿਗੁਰੂ ਇੱਕ ਅਵਰ ਨ ਕੋ, ਇਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਹੈ। ਸੋ ਦੇਵਤ ਸਭ ਕੋ ਰੁਜ਼ਗਾਰਾ, ਇੱਕੋ ਵਾਹਿਗੁਰੂ ਹੈ ਜੋ ਸਾਰਿਆਂ ਤਾਈਂ ਰੁਜ਼ਗਾਰ ਰੋਟੀ ਦਿੰਦਾ ਹੈ। ਔਰ ਬਹਾਨਾ ਕਰਕੇ ਤੁਮਾਰਾ, ਇਸ ਲਈ ਜੇਕਰ ਹਾਥੀ ਮਰਿਆ ਤੇ ਕੀ ਹੋਇਆ, ਪਰਮੇਸ਼ਰ ਆਪੇ ਕਿਸੇ ਹੋਰ ਬਹਾਨੇ ਰੋਟੀ ਦੇਵੇਗਾ। ਇਸ ਕਰਕੇ ਦੇਵਤ ਨਿਤਰੋਜੀ, ਇਸ ਪ੍ਰਕਾਰ ਮਹਾਰਾਜ ਕਹਿੰਦੇ ਕੋਈ ਨਾ ਕੋਈ ਬਹਾਨਾ ਉਹ ਪੈਦਾ ਕਰ ਦਿੰਦਾ ਹੈ ਜਿੱਥੋਂ ਆਪ ਜੀਆਂ ਨੂੰ ਪ੍ਰਸ਼ਾਦਾ ਨਸੀਬ ਹੋਵੇਗਾ ਜੀ। ਲਖੇ ਸੰਤ ਸ੍ਰੀ ਪ੍ਰਭ ਕੇ ਖੋਜੀ, ਇਸ ਪ੍ਰਕਾਰ ਜਿਹੜੇ ਸੰਤ ਨੇ, ਮਹਾਂਪੁਰਖ ਨੇ ਨਾ ਪਰਮੇਸ਼ਰ ਦੇ ਪਿਆਰੇ, ਉਹ ਇਹ ਗੱਲਾਂ ਨੂੰ ਜਾਣਦੇ ਨੇ। ਐਸੇ ਸੁਨੇ ਮੁਖਾਵਤ ਬੈਨਾ, ਇਸ ਪ੍ਰਕਾਰ ਜਦੋਂ ਸਤਿਗੁਰਾਂ ਦੇ ਐਸੇ ਸੁੰਦਰ ਬਚਨ ਉਸ ਪਰਿਵਾਰ ਨੇ ਸੁਣੇ ਨੇ, ਪੂਰਨ ਸੰਤ ਲਖੇ ਸੁਖਦੈਨਾ, ਤੇ ਸਤਿਗੁਰਾਂ ਦੇ ਬਚਨ ਉਹਨਾਂ ਨੂੰ ਹੌਸਲਾ ਧੀਰਜ ਦਿੰਦੇ ਨੇ। ਉਹਨਾਂ ਨੇ ਮਨ ਵਿੱਚ ਪੂਰਨ ਸੰਤ ਜਾਣੇ ਨੇ। ਹਾਥ ਬੰਦ ਪਰ ਬਚਨ ਉਚਾਰੇ, ਤੇ ਹੱਥ ਜੋੜ ਕਰਕੇ ਸਤਿਗੁਰਾਂ ਤਾਈਂ ਬੇਨਤੀਆਂ ਕਰਦੇ ਨੇ। ਕਿਉਂ ਹੋਵੇ ਮਨ ਸ਼ਾਂਤ ਹਮਾਰੇ, ਮਹਾਰਾਜ ਕਿਵੇਂ ਸਾਡਾ ਮਨ ਸ਼ਾਂਤ ਹੋਵੇਗਾ। ਦੁਖਰਾ ਰੋਜੀ ਹਮਰੀ ਆਦਤੇ, ਮਹਾਰਾਜ ਸਾਨੂੰ ਤਾਂ ਏਦਾਂ ਲੱਗਦਾ ਹੈ ਕਿ ਜੋ ਰੁਜ਼ਗਾਰ, ਜੋ ਰੋਜੀ ਸੀ ਸਾਡੀ ਅੱਜ ਤੋਂ ਭਾਈ ਬੰਦ ਦਰਸਾ ਕੇ, ਹਾਥੀ ਮਰਿਆ ਹੈ ਤੇ ਰਾਜੇ ਦੇ ਦਰਬਾਰ ਚੋਂ ਸਾਡਾ ਰੋਟੀ ਪਾਣੀ ਮੁੱਕਿਆ ਹੈ। ਤੁਮਤੇ ਸਭ ਕੁਛ ਖੁਦ ਹੈ, ਇਹ ਮਹਾਰਾਜ ਇਹ ਸੰਤ ਜੀ ਆਪ ਜੀ ਦਾ ਸਭ ਕੁਝ ਕਰਨ ਕਾਰਨ ਸਮਰੱਥ ਹੋ। ਸੰਤ ਹੋ ਬੇਪਰਵਾਹ, ਤੇ ਆਪ ਜੀ ਬੇਪਰਵਾਹ ਹੋ, ਆਪ ਜੀਆਂ ਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਆਪ ਜੀ ਗਰੀਬ ਗੁਰਬਿਆਂ ਨੂੰ ਵੇਖ ਕੇ ਕਿਰਪਾ ਕਰਦੇ ਹੋ। ਜੋ ਭਈ ਜੋ ਚਾਕਰ ਹਮ ਹੈ ਪਤ ਸਾਹੇ, हे ਮਹਾਰਾਜ ਜਿਵੇਂ ਅਸੀਂ ਰਾਜੇ ਦੇ ਨੌਕਰ ਸੀ, ਕਿਉ ਖੁਦਾਏ ਸੇਵਕ ਤੁਮ ਆਹੇ, ਉਵੇਂ ਵੀ ਤੁਸੀਂ ਪਰਮੇਸ਼ਰ ਦੇ ਸੇਵਕ ਹੋ। ਹਮਰੋ ਕਾਜ ਅਟਕ ਜੇ ਜਾਈ, ਮਹਾਰਾਜ ਜਦੋਂ ਵੀ ਸਾਡਾ ਕੋਈ ਕੰਮ ਅੜਦਾ ਰਿਹਾ ਹੈ, ਪੂਰਾ ਨਹੀਂ ਹੋਇਆ, ਬਿਨੇ ਕਰਤ ਅਗਰਜ ਨਿਜਰਾਈ, ਤੇ ਅਸੀਂ ਰਾਜੇ ਦੇ ਕੋਲੇ ਜਾ ਕੇ ਬੇਨਤੀਆਂ ਕਰਦੇ ਸੀ, ਜਿਸ ਬੇਨਤੀਆਂ ਨੂੰ ਮੰਨ ਕਰਕੇ ਰਾਜਾ ਸਾਡਾ ਕੰਮ ਕਰਦਾ ਸੀ। ਕਰ ਜੋਰ ਕੇ ਕਰ ਬਾਬੇ ਕਾਜਾ, ਇਸ ਪ੍ਰਕਾਰ ਸਾਥੋਂ ਹੱਥ ਜੜਾਉਂਦਾ ਸੀ, ਬੇਨਤੀਆਂ ਕਰਵਾਉਂਦਾ ਸੀ, ਪਰ ਸਾਡਾ ਕੰਮ ਕਰ ਦਿੰਦਾ ਸੀ। ਮਾਨਿ ਸੇਵਕ ਕਿਸ ਬਰਾਜਾ, ਮਹਾਰਾਜ ਇਸ ਪ੍ਰਕਾਰ ਆਪ ਜੀ ਉਸ ਪਰਮੇਸ਼ਰ ਦੇ ਸੇਵਕ ਹੋ, ਤੇ ਜਿਹੜਾ ਵਾਹਿਗੁਰੂ ਰੂਪੀ ਰਾਜਾ ਆਪ ਜੀਆਂ ਦੀ ਮੰਨਦਾ ਹੋਵੇਗਾ। ਹੈ ਤੁਮਰੋ ਪਤ ਸਾਹਿਬ ਖੁਦਾਏ, ਤੇ ਆਪ ਜੀਆਂ ਦਾ ਜੋ ਪਾਤਸ਼ਾਹ ਖੁਦਾ ਹੈ, ਕਹਿੰਦੇ ਕਹਿ ਕਜ ਇਹੀ ਜਿਵਾਏ, ਮਹਾਰਾਜ ਉਸ ਨੂੰ ਕਹਿ ਕਰਕੇ ਸਾਡਾ ਹਾਥੀ ਜਿਉਂਦਾ ਕਰ ਦੇਵੋ। ਮਾਨਿਕ ਬਾਤ ਤੁਮਰੋ ਕਰਤਾਰਾ, ਜਿਵੇਂ ਰਾਜਾ ਸਾਡੇ ਬਚਨ ਮੰਨਦਾ ਹੈ, ਉਵੇਂ ਸੰਤ ਜੀ ਜੋ ਖੁਦਾ ਹੈ, ਵਾਹਿਗੁਰੂ ਹੈ, ਉਹ ਤੁਹਾਡੇ ਬਚਨ ਮੰਨਦਾ ਹੋਵੇਗਾ। ਕਰੋ ਸੰਤ ਜੀ ਇਹ ਉਪਕਾਰ
ਉਪਕਾਰਾ। हे संत जी ये साढ़े ऊपर पर उपकार कर देवो। अंतर बिसन की बान दयाला। इस प्रकार आप जी तो बड़े पर उपकारी हो, गरीब गुरबिया ऊपर कृपा कर दे हो जी। हमके अपर न दुखी बसाला। महाराज अज दे समय साडे तो ज्यादा होर कोई भी दुखी नजर नहीं आंदा। दोहरा दीन भाइयों बंधन करत। इस प्रकार बेनतियां करदे सतगुरां दे चरण पकड़े ने। बार बार सरनाए। ते वार वार सतगुरां नूं अपना सीस निभाउंदे ने। देख महावत की दशा। ऐसी शब्द भावना वेख करके विकसे प्राप्त सुख जाए। गुरु नानक देव जी बड़े प्रसन्न होए ने। होए कृपाल कह गुणी कहीरू। कृपालु दयालु सतगुरु जी कृपा करदे कहण लगे ने। आनंद एक घटा पर नीरू। महाराज कहते जाओ भाई फिर एक घड़ा पानी दा भर लियाओ। कयो बेग तह भर कर आना। इस प्रकार बड़ी छेती दे नाल वो बंदा गया है और एक घड़ा उसने जल दा भरिया है। मर्दाने सो बचन बखाना। गुरु नानक देव जी महाराज भाई मर्दाने नूं हुक्म करदे ने। सतनाम कहे ਇਹ ਕਟ ਲੀਜੈ। सतनाम वाहिगुरु दा जप करदे इस तो घड़ा लै लवो। ਅੰਮ੍ਰਿਤ ਤੰਗ ਪਰ ਛਿੜਕਣ ਕੀਜੈ। ਜਿਹੜਾ ਭਰਿਆ ਹੋਇਆ ਹਾਥੀ ਹੈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ और उस पर छिड़कना करो जी। ਆਏ ਸਪਾਏ ਇਕੱਠਾ ਕਰ ਲਿਓ। भाई मर्दाने ने हुक्म मन्निया और घड़ा अपने हथ विच पकड़िया है। ਕੁੰਚਰ ਕੇ ਸਮੀਪ ਚਲ ਗਇਓ। ते हाथी दे नजदीक जदों भाई मर्दाना जी पहुंचे ने। ਵਾਹਿਗੁਰੂ ਕਹੈ ਛਿੜਕਾ ਦੀਨੋ। भाई मर्दाना जी मुख तो वाहिगुरू वाहिगुरू कर रहे ने नाले जल छिड़कदे ने। ਕਾਜ ਸਰੀਰ ਕੋ ਭੇਵਨ ਕੀਨੋ। ਜਿਹੜਾ ਹਾਥੀ ਦਾ ਸਰੀਰ ਹੈ ਸਾਰਾ ਹੀ ਭਿਉਂ ਦਿੱਤਾ ਹੈ। ਪ੍ਰਾਨ ਭਰੇ ਜੀਵਿਓ ਤਤਕਾਲਾ। ਅਸੀਂ ਉੱਥੇ ਦਿੱਲੀ ਦੇ ਇਲਾਕੇ ਵਿੱਚ ਕਿਰਪਾ ਬਖਸ਼ੀ ਕਿਰਪਾ ਵਰਤੀ ਹੈ ਸਤਿਗੁਰਾਂ ਦੀ। ਮਹਾਰਾਜ ਜੀਆਂ ਨੇ ਉਹ ਮਰਿਆ ਹਾਥੀ ਜਿਉਂਦਾ ਕੀਤਾ ਹੈ। ਭਾਇਓ ਮਹਾਵਤ ਹਰ ਕਲਸਾਲਾ। ਤੇ ਵੇਖ ਕਰਕੇ ਉਹ ਸਾਰਾ ਹੀ ਪਰਿਵਾਰ ਬੜਾ ਪ੍ਰਸੰਨ ਹੋਇਆ ਹੈ। ਬਾਰ ਬਾਰ ਪਦ ਬੰਧਨ ਕਰਹੀ। ਬਾਰ ਬਾਰ ਸਤਿਗੁਰਾਂ ਦੇ ਚਰਨ ਪਕੜਦੇ ਨਮਸਕਾਰਾਂ ਕਰਦੇ ਨੇ। ਉਸਤਤ ਕੇ ਮੁਖ ਬਚਨ ਉਚਰਹੀ। ਤੇ ਸਤਿਗੁਰਾਂ ਦੀਆਂ ਵਡਿਆਈਆਂ ਆਪਣੇ ਮੁਖ ਤੋਂ ਕਰਦੇ ਨੇ ਜੀ। ਜਾਇ ਕਹੀ ਪਤ ਸਾਹੇ ਅਕਾਰੀ। ਤੇ ਜਾ ਕਰਕੇ ਇਸ ਪ੍ਰਕਾਰ ਰਾਜੇ ਦੇ ਕੋਲ ਦੱਸਿਆ ਹੈ। ਮਰਿਓ ਸੋ ਜੀਵਿਓ ਗੁਰਚਰ ਭਾਰੀ। ਤੇ ਰਾਜਾ ਜੋ ਹਾਥੀ ਆਪਣਾ ਮਰਿਆ ਸੀ ਉਹ ਮੁੜ ਜਿਉਂਦਾ ਹੋਇਆ ਹੈ। ਇਹ ਫਕੀਰ ਹੈ ਆਪ ਖੁਦਾਏ। ਤੇ ਇੱਕ ਫਕੀਰ ਹੈ ਜੋ ਆਪ ਹੀ ਖੁਦਾ ਹੈ। ਮੈਨੇ ਸੁਣੀ ਤਨ ਦਿਓ ਜਵਾਏ। ਤੇ ਸਾਡੀਆਂ ਬੇਨਤੀਆਂ ਪ੍ਰਵਾਨ ਕੀਤੀਆਂ ਹਾਥੀ ਜਿਉਂਦਾ ਬਖਸ਼ਿਆ ਹੈ। ਸੁਣ ਕੇ ਬਿਸਮਾਦੇ ਸਭੀ। ਸੁਣ ਕਰਕੇ ਰਾਜੇ ਦੇ ਦਰਬਾਰ ਅੰਦਰ ਜਿੰਨੇ ਵੀ ਅਹਲਕਾਰ ਵਜ਼ੀਰ ਬੈਠੇ ਸਨ ਸਾਰੇ ਬੜੇ ਹੈਰਾਨ ਹੋਏ ਨੇ। ਦਰਸ਼ਨ ਕਰਨ ਉਦਤ ਬਾਤ ਬਹੀ। ਤੇ ਸਤਿਗੁਰਾਂ ਦੇ ਦਰਸ਼ਨ ਕਰਨ ਦੀ ਬਾਤ ਚੱਲੇ ਨੇ। ਕਾਜੀ ਸੰਗ ਲੀਏ ਪੰਸਾਹੂ। ਤੇ ਰਾਜੇ ਨੇ ਆਪਣੇ ਨਾਲ ਇੱਕ ਕਾਜੀ ਲਿਆ ਹੈ। ਚਲ ਆਏ ਸ੍ਰੀ ਨਾਨਕ ਪਾਹੂ। ਜਦੋਂ ਗੁਰੂ ਨਾਨਕ ਦੇਵ ਜੀਆਂ ਦੇ ਚਰਨਾਂ ਪਾਸ ਪਹੁੰਚੇ ਨੇ। ਕਾਰ ਪਦ ਬੰਦਨ ਗੁਰ ਟਿਕ ਬੈਸੇ। ਹੱਥ ਜੋੜ ਕੇ ਨਮਸਕਾਰ ਕੀਤੀ ਸਤਿਗੁਰਾਂ ਦੇ ਕੋਲ ਬੈਠੇ ਨੇ। ਕਾਜੀ ਬਚਨ ਕਹੇ ਤਬ ਐਸੇ। ਤੇ ਜਿਹੜਾ ਕਾਜੀ ਹੈ ਉਹ ਬੋਲਿਆ ਹੈ। ਵੇਦ ਮਹਾਵਤ ਹਾਥੀ ਜੋ। ਕਹਿਣ ਲੱਗੇ ਜੀ ਜਿਵੇਂ ਤੁਸੀਂ ਹਾਥੀ ਜਿਉਂਦਾ ਕੀਤਾ ਹੈ। ਜੀਵਾਇਓ ਤੁਮਨੇ ਕੀ ਸੋ। ਇਹ ਤੁਸੀਂ ਹੀ ਜਿਉਂਦਾ ਕੀਤਾ ਹੈ ਸਾਨੂੰ ਸ਼ੰਕਾ ਹੈ। ਸੁਖੈ ਰਾਵਰ ਸਿਫਤ ਕਨੇਰੀ। ਗੁਰੂ ਨਾਨਕ ਦੇਵ ਜੀ ਮਹਾਰਾਜ ਸਿਫਤ ਸੁਣ ਕਰਕੇ ਦਸ ਮਹਿੰਦ ਆਏ ਬਿਨ ਤੇਰੀ। ਮਹਾਰਾਜ ਇਸ ਪ੍ਰਕਾਰ ਬੜੀ ਨਿਮਰਤਾ ਵਿੱਚ ਆਏ ਨੇ। ਕਾਜੀ ਕੀ ਦਿਸ ਦੇਖ ਪਸਾਈ। ਇਸ ਪ੍ਰਕਾਰ ਸਤਿਗੁਰਾਂ ਨੇ ਬੜੀ ਨਿਮਰਤਾ ਦੇ ਨਾਲ
ਹੰਕਾਰ ਤੋਂ ਰਹਿਤ ਹੋ ਕਰਕੇ ਉਹਨਾਂ ਵੱਲ ਵੇਖਿਆ ਹੈ। ਬਾਣੀ ਨਿਰਹੰਕਾਰ ਹਲਾਈ ਤੇ ਹੰਕਾਰ ਤੋਂ ਰਹਿਤ ਹੋ ਕਰਕੇ ਨਿਮਰਤਾ ਦੀ ਬੋਲੀ ਗੁਰੂ ਨਾਨਕ ਬੋਲੇ ਨੇ। ਆਵੈ ਕੌਣ ਮ੍ਰਿਤਕ ਜੀਵਾਰ ਕੇ ਮਹਾਰਾਜ ਕਹਿੰਦੇ ਭਾਈ ਭਲਾ ਅਸੀਂ ਕੌਣ ਆ ਜੋ ਮਰਿਆ ਨੂੰ ਜਿਉਂਦੇ ਕਰ ਦਈਏ। ਇੱਕ ਕਰਤਾਰ ਜਵਾਬ ਹੈ ਮਾਰਕੇ ਦੇਖੋ ਅਕਾਲ ਪੁਰਖ ਵਾਹਿਗੁਰੂ ਹੈ, ਉਹਦੇ ਹੁਕਮ ਦੇ ਵਿੱਚ ਹੀ ਕੋਈ ਮਰਦਾ ਹੈ, ਉਹਦੇ ਹੁਕਮ ਦੇ ਵਿੱਚ ਹੀ ਕੋਈ ਜੰਮਦਾ ਹੈ। ਕਿਸ ਬਿਨ ਔਰ ਸਖਤ ਕਿਸ ਪਾਹੀ ਉਸ ਪਰਮੇਸ਼ਰ ਤੋਂ ਬਿਨਾਂ ਮਾਰਨ ਔਰ ਜਿਉਣ ਦੀ ਸ਼ਕਤੀ ਭਲਾ ਕਿਸ ਕੋਲ ਹੋਵੇਗੀ। ਵਿਆਪਕ ਕਲਾ ਦੇਖੀਅਤ ਜਾਹੀ ਤੇ ਉਸ ਪਰਮੇਸ਼ਰ ਦੀ ਜਿਹੜੀ ਕਲਾ ਸ਼ਕਤੀ ਸਾਰੇ ਸੰਸਾਰ ਵਿੱਚ ਪ੍ਰਗਟ ਹੈ। ਕਾਜੀ ਕਹੇ ਸਖਤ ਜੇ ਧਾਰੋ ਕਾਜੀ ਕਹਿਣ ਲੱਗਾ ਜੇਕਰ ਤੁਸੀਂ ਵੀ ਐਸੀ ਸ਼ਕਤੀ ਧਾਰਦੇ ਹੋ। ਮੁਕਤੇ ਕਹਿ ਅਬ ਕੈਗਜ ਮਾਰੋ ਤੇ ਕਹਿਣ ਲੱਗਾ ਕਿ ਮੁਖ ਤੋਂ ਬਚਨ ਕਰੋ, ਇਹ ਜਿਉਂਦੇ ਹਾਥੀ ਨੂੰ ਦੁਬਾਰੇ ਮਾਰ ਕੇ ਵਿਖਾਵੋ ਜੀ। ਜੇ ਤੁਮ ਕਹੇ ਗਇਓ ਮਰ ਕੁੰਚਰ ਜੇਕਰ ਤੁਹਾਡੇ ਕਹਿਣ ਤੇ ਹਾਥੀ ਦੁਬਾਰੇ ਮਰਿਆ ਹੈ ਤੋ ਜਾਣੇ ਪ੍ਰਤੱਖ ਕਲਾ ਧਰ ਤੇ ਅਸੀਂ ਜਾਣ ਲਵਾਂਗੇ ਕਿ ਤੁਸੀਂ ਪ੍ਰਤੱਖ ਪਰਮੇਸ਼ਰ ਸਰੂਪ ਹੋ। ਸੋਨੇ ਮੈਂ ਬੋਲੇ ਸਹਿਜ ਸੁਭਾਏ ਗੁਰੂ ਨਾਨਕ ਦੇਵ ਜੀ ਕਾਜੀ ਦੇ ਬੋਲ ਸੁਣ ਕਰਕੇ ਸੁਤੇ ਸਿਧ ਸਹਿਜ ਸੁਭਾਏ ਬੋਲੇ ਨੇ। ਜਿਉ ਖੁਦਾਈ ਕੀ ਕੋਇਰ ਜਾਏ ਤੇ ਜਿਵੇਂ ਪਰਮੇਸ਼ਰ ਨੂੰ ਭਾਵੇਗਾ ਉਵੇਂ ਹੀ ਸੰਸਾਰ ਵਿੱਚ ਵਰਤੇਗਾ। ਤਪਸਨ ਕੁੰਚਰ ਗਿਰਿਓ ਬਹੋਰੀ ਐਸੇ ਸਤਿਗੁਰਾਂ ਨੇ ਸੁਤੇ ਸਿਧ ਬਚਨ ਕੀਤੇ ਤੇ ਖੜਾ ਹਾਥੀ ਧਰਤੀ ਤੇ ਫੇਰ ਡਿੱਗਿਆ ਹੈ। ਪਰਿਓ ਮ੍ਰਿਤਕ ਹੋਏ ਤਿਸਹੀ ਠੌਰੀ ਫੇਰ ਉਹਦੇ ਸਵਾਸ ਨਿਕਲੇ ਨੇ ਔਰ ਮਰਿਆ ਪ੍ਰਤੀਤ ਹੁੰਦਾ ਹੈ। ਬਾਦਸ਼ਾਹੀ ਕੇ ਬੈਠਿਓ ਪੀਰ ਤੇ ਇਸ ਪ੍ਰਕਾਰ ਰਾਜੇ ਦੇ ਕੋਲ ਇੱਕ ਹੋਰ ਪੀਰ ਬੈਠਾ ਹੈ। ਤੋ ਨਜਾਮ ਦੀਨ ਇੱਕ ਪੀਰ ਪੰਜਾਬ ਦੀਨ ਉਸ ਦਾ ਨਾਮ ਹੈ ਜੀ। ਤਿਨ ਕਾਜੀ ਸੋ ਬਚਨ ਉਚਾਰੇ ਤੇ ਉਸ ਪੀਰ ਨੇ ਕਾਜੀ ਤਾਈਂ ਬੋਲਿਆ ਹੈ ਇਹ ਖੁਦਾਈ ਹੈ ਨਰ ਤਨ ਧਾਰੇ ਕਿ ਇਹ ਆਪ ਖੁਦ ਖੁਦਾ ਹੈ ਔਰ ਖੁਦਾ ਨੇ ਇਸ ਮਨੁੱਖਾ ਸਰੀਰ ਨੂੰ ਧਾਰਨ ਕੀਤਾ ਹੈ। ਬਚਨ ਵਿਫਲ ਹਿਕੋ ਨਹੀਂ ਹੋਏ ਤੇ ਇਹਦੇ ਬਚਨ ਕੋਈ ਵੀ ਵਿਅਰਥ ਨਹੀਂ ਜਾਣਗੇ। ਸਾਦਾ ਧਰ ਦੁਖ ਲਗੇ ਨਾ ਕੋਏ ਇਹਦੇ ਉੱਪਰ ਸ਼ਰਧਾ ਧਾਰੋ, ਕੋਈ ਵੀ ਦੁੱਖ ਪ੍ਰਾਪਤ ਨਹੀਂ ਹੋਵੇਗਾ। ਪਰ ਕਾਜੀ ਕਹੇ ਦੇਹੋ ਜਵਾਏ ਤੇ ਕਾਜੀ ਕਹਿਣ ਲੱਗਾ ਮਹਾਰਾਜ ਫਿਰ ਹੁਣ ਜਿਉਂਦੇ ਕਰ ਦੇਵੋ। ਤੋ ਜਾਨੋ ਮੈਂ ਆਪ ਖੁਦਾਏ ਫਿਰ ਮੈਂ ਜਾਣਾਂਗਾ ਕਿ ਆਪ ਖੁਦ ਖੁਦਾ ਹਾਂ। ਸੋਨ ਗੁਣ ਐਨ ਸੋ ਬੈਨ ਉਚਾਰੇ ਤੇ ਸੁਣ ਕਰਕੇ ਗੁਨਾਹ ਦੇ ਕਰ ਗੁਰੂ ਨਾਨਕ ਦੇਵ ਜੀ ਬੋਲੇ ਨੇ। ਸੰਤ ਬਚਨ ਕੇ ਜੇਉ ਮਾਰੇ ਕਿ ਜਿਹੜੇ ਜੀਵ ਜਿਹੜੇ ਲੋਕ ਸੰਤਾਂ ਨੇ ਆਪਣੇ ਬਚਨਾਂ ਨਾਲ ਮਾਰੇ ਨੇ ਤਿਨ ਕੋ ਕੋਈ ਨਾ ਸਕੇ ਜਵਾਏ ਉਹਨਾਂ ਨੂੰ ਭਾਈ ਮੁੜ ਕੇ ਕੋਈ ਵੀ ਜਿਉਂਦੇ ਨਹੀਂ ਕਰ ਸਕਦਾ। ਮੇਟੀ ਜਾਏ ਨਾ ਕਬਹਿ ਜਾਏ ਕਿਉਂਕਿ ਉਹਨਾਂ ਦਾ ਹੁਕਮ ਉਹਨਾਂ ਦੀ ਆਗਿਆ ਮੇਟੀ ਨਹੀਂ ਜਾਂਦੀ। ਈਸ਼ਰ ਆਇਤ ਸੰਤ ਹਟਾਵੇ ਜੇਕਰ ਈਸ਼ਵਰ ਪਰਮੇਸ਼ਰ ਵਾਹਿਗੁਰੂ ਕੁਝ ਕਰੇ ਤੇ ਸੰਤ ਪੂਰੇ ਹੋ ਕੇ ਰੋਕ ਸਕਦੇ ਨੇ। ਸੰਤ ਕਹੀ ਕੋ ਕੌਣ ਮਿਟਾਵੇ ਔਰ ਜੇਕਰ ਸੰਤਾਂ ਨਹੀਂ ਬਚਨ ਕਰ ਦਿੰਦੇ ਤੇ ਫਿਰ ਕੌਣ ਰੋਕੇਗਾ। ਤੋਬਰਾ ਜੈਸੇ ਜਗ ਅੰਧਾ ਕਰਿਓ ਮਹਾਰਾਜ ਕਹਿੰਦੇ ਜਿਵੇਂ ਪਰਮੇਸ਼ਰ ਨੇ ਸਾਰਾ ਸੰਸਾਰ ਹੀ ਅਗਿਆਨ ਵਿੱਚ ਅੰਨਾ ਕੀਤਾ ਹੈ। ਮਾਇਆ ਸੰਗ ਭੁਲਾਏ ਤੇ ਸਾਰੇ ਲੋਕ ਮਾਇਆ ਦੇ ਵਿੱਚ ਭੁੱਲੇ ਫਿਰਦੇ ਨੇ। ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕਿੱਥੋਂ ਆਏ ਆ, ਕੀ ਕਰਨ ਆਏ ਆ ਤੇ ਅੱਗੇ ਕਿੱਥੇ ਜਾਣਾ ਹੈ। ਸਤਿਗੁਰ ਬਚਨ ਸੁਚੇਤ ਕਰ ਪਰ ਸਤਿਗੁਰਾਂ ਦੇ ਜਿਹੜੇ ਬਚਨ ਹਨ ਉਹਨਾਂ ਨੂੰ ਮੰਨ ਕਰਕੇ ਜਿਹੜੇ ਸੰਤ ਉਹੀ ਸੁਚੇਤ ਨੇ। ਨਾਮ ਦ੍ਰਿੜਾਏ ਪਰਮੇਸ਼ਰ ਦਾ ਨਾਮ ਦ੍ਰਿੜ ਕਰਦੇ ਨੇ। ਸੰਸਾਰ ਦੇ ਵਿੱਚ ਉਹ ਸੁਚੇਤ ਰਹਿੰਦੇ, ਕਦੇ ਭੁੱਲਦੇ ਨਹੀਂ। ਜੋ ਪਈ ਜਿਸ
जिसको चाहे करे उधारा। ਇਹ ਸੰਤਾਂ ਦੇ ਹੱਥ ਵਿੱਚ ਹੈ, ਜਿਸ ਦਾ ਚਾਹਣ ਉਸ ਦਾ ਉਧਾਰ ਕਰਦੇ ਨੇ। ਬੰਧਨ ਤਕੇ ਸਰਬ ਨਿਰਵਾਰਾ। ਤੇ ਸਾਰੇ ਸੰਸਾਰ ਦੇ ਜਿਹੜੇ ਜਨਮ ਮਰਨ ਦੇ ਬੰਧਨ ਸੰਤਾਂ ਦਾ ਇੱਕ ਬੋਲ ਕੱਟ ਸਕਦਾ ਹੈ। ਜੇ ਅਮਰੀਕ ਭਗਤ ਟਿਕ ਆਇਓ। ਜਿਵੇਂ ਇੱਕ ਪਰਮੇਸ਼ਰ ਦਾ ਪਿਆਰਾ ਅਮਰੀਕ ਹੈ, ਉਸ ਦੇ ਕੋਲ ਦੁਰਵਾਸਾ ਔਰ ਕ੍ਰੋਧ ਵਧਾਇਓ। ਤੇ ਅਮਰੀਕ ਭਗਤ ਦੇ ਉੱਤੇ ਜਿਵੇਂ ਕਿਸੇ ਸਮੇਂ ਦਰਬਾਸਾ ਨੇ ਬੜਾ ਕ੍ਰੋਧ ਕੀਤਾ ਸੀ, ਇਹ ਜੋ ਅਮਰੀਕ ਭਗਤ ਹੋਇਆ ਹੈ ਬੜਾ ਪਰਮੇਸ਼ਰ ਦਾ ਪਿਆਰਾ ਸੀ ਸੰਗਤ ਜੀ। ਇਹਨਾਂ ਨੇ ਇਸ ਪ੍ਰਕਾਰ ਜਿਹੜੇ ਦਰਬਾਸਾ ਵਰਗੇ ਰਿਸ਼ੀ ਸਨ, ਉਹਨਾਂ ਨੂੰ ਭੋਜਨ ਛਕਾਉਣ ਦੀ ਬਾਬਤ ਸੋਚਿਆ, ਘਰੇ ਚੰਗਾ ਭੋਜਨ ਤਿਆਰ ਕਰਾਇਆ, ਪਰ ਦਰਬਾਸਾ ਰਿਸ਼ੀ ਨਦੀ ਦੇ ਕਿਨਾਰੇ ਬੈਠਾ ਰਿਹਾ। ਇਹਨਾਂ ਨੇ ਕੁਝ ਸਮਾਂ ਉਡੀਕ ਕੀਤੀ, ਫਿਰ ਭਗਤਾਂ ਦੇ ਵਿੱਚ ਸਾਰਾ ਜੋ ਭੋਜਨ ਪਦਾਰਥ ਬਣਿਆ ਉਹ ਵਰਤਾਉਣਾ ਕੀਤਾ। ਜਦੋਂ ਕੁਝ ਕੁ ਘੰਟਿਆਂ ਬਾਅਦ ਦਰਬਾਸਾ ਰਿਸ਼ੀ ਆਇਆ, ਵੇਖ ਕਰਕੇ ਬੜਾ ਦੁਖੀ ਹੋਇਆ ਕਿ ਮੇਰੀ ਉਡੀਕ ਨਹੀਂ ਕੀਤੀ, ਮੇਰੇ ਆਉਣ ਤੋਂ ਪਹਿਲਾਂ ਹੀ ਇਸ ਪ੍ਰਕਾਰ ਇਹਨਾਂ ਨੇ ਭੋਜਨ ਵਰਤਾ ਦਿੱਤਾ। ਤੇ ਅਮਰੀਕ ਭਗਤ ਨੂੰ ਬੜਾ ਪੁੱਠਾ ਸਿੱਧਾ ਬੋਲਿਆ ਹੈ, ਗਾਲ ਗਲੋਚੀ ਕੀਤੀ ਹੈ, ਔਰ ਜਦੋਂ ਸ਼ਰਾਪ ਦੇਣ ਲੱਗਾ ਨਾ ਤੇ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਭਗਤ ਦੀ ਲਾਜ ਰੱਖਣੀ ਸੀ। ਇਸ ਪ੍ਰਕਾਰ ਅਸਮਾਨ ਦੇ ਵਿੱਚੋਂ ਅੱਗ ਦਾ ਬਲਦਾ ਇੱਕ ਚੱਕਰ ਆਇਆ ਹੈ। ਮੂਹਰੇ ਮੂਹਰੇ ਦਰਬਾਸਾ ਰਿਸ਼ੀ ਦੌੜ ਰਿਹਾ ਹੈ ਔਰ ਪਿੱਛੇ ਪਿੱਛੇ ਉਹ ਚੱਕਰ ਆਉਂਦਾ ਹੈ। ਚੱਕਰ ਤੇ ਪਿੱਛੇ ਲਾਗਿਓ। ਇਸ ਪ੍ਰਕਾਰ ਆਪਣੇ ਭਗਤਾਂ ਦੀ ਰੱਖਿਆ ਪਰਮੇਸ਼ਰ ਨੇ ਕੀਤੀ। ਇੱਕ ਤਪਦਾ ਚੱਕਰ ਅੱਗ ਦਾ ਪਿੱਛੇ ਲੱਗਿਆ ਹੈ। ਜਗਤ ਅੰਗ ਔਰ ਡਰ ਕਰ ਭਾਗਿਓ। ਤੇ ਆਪਣੇ ਅੰਗਾਂ ਨੂੰ ਬਚਾਉਂਦਾ ਹੋਇਆ ਦਰਬਾਸਾ ਰਿਸ਼ੀ ਪੂਰੇ ਪੂਰੇ ਦੌੜਦਾ ਹੈ। ਸਾਸ ਸਖਤਾ ਨਹਿ ਰਾਖਿਓ ਜਿਸਨੂੰ। ਇਸ ਪ੍ਰਕਾਰ ਜਾ ਕਰਕੇ ਕਦੇ ਚੰਦਰਮੇ ਕੋਲ, ਕਦੇ ਸੂਰਜ ਦੇ ਕੋਲ ਬੇਨਤੀਆਂ ਕਰਦਾ ਹੈ। ਅੰਦਰਵਨ ਗਰੀਸਾ ਕਯੋ ਟਿਕ ਵਿਸ਼ਨੂੰ। ਕਦੇ ਬ੍ਰਹਮੇ ਕੋਲ ਜਾ ਕੇ, ਕਦੇ ਇਸ ਪ੍ਰਕਾਰ ਸ਼ਿਵ ਜੀ ਕੋਲ ਜਾ ਕਰਕੇ ਜਦੋਂ ਬੇਨਤੀਆਂ ਕਰਦਾ ਹੈ। ਇੱਕ ਜਿਨ ਰਾਖ ਸਕਿਓ ਨਹਿ ਕੋ। ਤੇ ਜਦੋਂ ਦੌੜਦਾ ਦੌੜਦਾ ਭਗਵਾਨ ਵਿਸ਼ਨੂੰ ਕੋਲ ਗਿਆ, ਇਹਨਾਂ ਤੇ ਵਿਸ਼ਨੂੰ ਜਾ ਕੇ ਸਾਰੀ ਗੱਲ ਦੱਸੀ ਹੈ ਕਿ ਮੈਂ ਜਾਣ ਕੇ ਸਮੇਂ ਸਿਰ ਪ੍ਰਸ਼ਾਦਾ ਛਕਣ ਨਹੀਂ ਗਿਆ, ਪਰ ਜਦੋਂ ਗਿਆ ਤੇ ਪ੍ਰਸ਼ਾਦਾ ਵਰਤ ਰਿਹਾ ਸੀ, ਮੈਂ ਦੁਖੀ ਹੋਇਆ ਤੇ ਅਮਰੀਕ ਭਗਤ ਨੂੰ ਮੈਂ ਪੁੱਠਾ ਸਿੱਧਾ ਬੋਲਿਆ ਤੇ ਇਹ ਚੱਕਰ ਉਦੋਂ ਦਾ ਮੇਰੇ ਇਸ ਪ੍ਰਕਾਰ ਪਿੱਛੇ ਲੱਗਿਆ ਹੋਇਆ। ਤੇ ਫਿਰ ਵਿਸ਼ਨੂੰ ਨੇ ਉਸ ਨੂੰ ਸਮਝਾਉਣਾ ਕੀਤਾ ਸੀ ਕਿ ਇੱਕ ਛਿਨ ਰਾਖ ਸਕਿਓ ਨਹਿ ਕੋਊ। ਬੜੇ ਉਸ ਨੇ ਤਰਲੇ ਮਿੰਟਾਂ ਜਾ ਕੇ ਭਗਵਾਨ ਸ਼ਿਵ ਜੀ ਦੇ ਹੋਰਾਂ ਰਿਸ਼ੀਆਂ ਮੁਨੀਆਂ ਦੇ ਕੀਤੇ, ਪਰ ਕੋਈ ਵੀ ਉਸ ਦੀ ਰੱਖਿਆ ਨਾ ਕਰ ਸਕਿਆ। ਧੂਪ ਸ਼ਰਨ ਆਇਓ ਮਨਸੋ। ਤੇ ਵਿਸ਼ਨੂੰ ਨੇ ਸਮਝਾਉਣਾ ਕੀਤਾ ਹੈ ਕਿ ਜੋ ਅਮਰੀਕ ਰਾਜਾ ਹੈ, ਭਗਤ ਹੈ, ਉਹਦੀ ਸ਼ਰਨ ਵਿੱਚ ਜਾਣਾ ਕਰ। ਚੱਕਰ ਤੇ ਤਾਹੀ ਉਬਾਰਾ। ਉਸ ਦੇ ਚਰਨ ਪਕੜੇ ਕਰ। ਇਸ ਪ੍ਰਕਾਰ ਜੋ ਭੁੱਲਾਂ ਕੀਤੀਆਂ ਨੇ ਉਹਨਾਂ ਨੂੰ ਬਖਸ਼ਾ, ਮਾਫੀ ਮੰਗ, ਪਛਤਾਵਾ ਕਰ, ਉਹੀ ਤੇਰੀ ਰੱਖਿਆ ਕਰ ਸਕਦਾ ਹੈ। ਤੇ ਜਦੋਂ ਦਰਬਾਸਾ ਰਿਸ਼ੀ ਨੇ ਆ ਕਰਕੇ ਦੌੜ ਕੇ ਚਾਰੇ ਪਾਸਿਓਂ ਕੋਈ ਹੀਲਾ ਵਸੀਲਾ ਨਾ ਹੋਇਆ, ਭਗਤ ਅਮਰੀਕ ਦੇ ਜਦੋਂ ਚਰਨ ਪਕੜੇ ਤੇ ਜਰਤ ਚੱਕਰ ਤੇ ਤਾਹੇ ਉਤਾਰਾ, ਸੜਦੇ ਹੋਏ ਚੱਕਰ ਤੋਂ ਫਿਰ ਉਸ ਦੀ ਰੱਖਿਆ ਕੀਤੀ ਹੈ। ਜਿਹੜੇ ਪਰਮੇਸ਼ਰ ਦੇ ਭਗਤ ਨੇ, ਸੰਤ ਨੇ, ਉਹਨਾਂ ਦੀ ਸਿਫਤ ਸਲਾਹ ਹੈ ਜੀ। ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਕੋਈ ਵੀ ਕਾਰਜ ਕਰਦਾ ਹੈ, ਭਾਵੇਂ ਉਹ ਕਿਸੇ ਦੀ ਸਲਾਹ ਨਹੀਂ ਲੈਂਦਾ, ਪਰਮੇਸ਼ਰ ਕੁਝ ਵੀ ਕਰਨ ਵੇਲੇ, ਪਰ ਇੱਕ ਸੰਤ ਨੇ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ, ਜਿਹੜੇ ਸੰਸਾਰ ਨੂੰ ਨਹੀਂ ਨਿਰੰਕਾਰ ਨੂੰ ਪ੍ਰੇਮ ਕਰਦੇ ਨੇ, ਪਿਆਰ ਕਰਦੇ ਨੇ, ਤੇ ਜਿਸ ਦਾ ਪੁੱਤਰ ਦਾ ਆਪਣੇ ਪਿਓ ਦੇ ਨਾਲ ਮੋਹ ਹੋਵੇ ਨਾ, ਤੇ ਪਿਓ ਕੋਈ ਕਾਰਜ ਕਰਨ ਲੱਗੇ ਤੇ ਇਸ ਪ੍ਰਕਾਰ ਪੁੱਤਰ ਰੋਕ ਦੇਵੇ ਤੇ ਪਿਓ ਪਿਆਰ ਦਾ ਮੋਹ ਦਾ ਵਜਿਆ ਰੁਕ ਜਾਂਦਾ। ਇੱਦਾਂ ਹੀ ਸੰਗਤੀ ਜਿਹੜਾ ਪਰਮੇਸ਼ਰ ਹੈ, ਅਕਾਲ ਪੁਰਖ ਵਾਹਿਗੁਰੂ ਹੈ,
ਉਹ ਆਪਣੇ ਪੁੱਤਰ ਜਿਹੜੇ ਭਗਤ ਨੇ ਪਰਮੇਸ਼ਰ ਦੇ ਸੰਤ ਮਹਾਂਪੁਰਖ ਲੋਕ ਨੇ, ਉਹ ਇਸ ਪ੍ਰਕਾਰ ਉਸ ਦੇ ਹੁੰਦੇ ਕੰਮ ਨੂੰ ਰੋਕ ਸਕਦੇ ਨੇ। ਸੰਤਨ ਕੇ ਜੋ ਬਚਨ ਹੈ, ਜਿਹੜੇ ਸੰਤ ਮਹਾਂਪੁਰਖਾਂ ਦੇ ਬਚਨ ਹੁੰਦੇ ਨੇ, ਕੋਈ ਨਾ ਸਕਹਿ ਮਿਟਾਏ, ਤੇ ਉਹ ਕੋਈ ਵੀ ਸੰਸਾਰ ਤੇ ਮਿਟਾ ਨਹੀਂ ਸਕਦਾ। ਚੌਪਈ ਗੁਣ ਖਾਨੀ ਕੇ ਬਚਨ ਨ ਸੁਣਕੈ। ਇਸ ਪ੍ਰਕਾਰ ਜਦੋਂ ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਜੀਆਂ ਦੇ ਬਚਨ ਸੁਣੇ ਨੇ ਨਾ, ਮਹਾਰਾਜ ਨੇ ਸਮਝਾਉਣਾ ਕੀਤਾ ਹੈ ਕਿ ਸੰਤ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਸੰਬੋਧਨ ਹੋ ਕੇ ਭਗਤ ਨਾਮਦੇਵ ਵਰਗੇ ਕਿ ਜਦੋਂ ਸਾਨੂੰ ਸੰਸਾਰ ਦੇ ਬੰਧਨ ਪੈਂਦੇ ਨੇ ਤੇ ਇਹ ਪਰਮੇਸ਼ਰ ਅਸੀਂ ਤੈਨੂੰ ਧਿਆਉਂਦੇ ਹਾਂ ਤੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਹਾਂ। ਪਰ ਜਿਹੜੇ ਸਾਡੇ ਪ੍ਰੇਮ ਦੇ ਬੰਧਨਾਂ ਦੇ ਵਿੱਚ ਤੂੰ ਵੱਜਿਆ, ਤੂੰ ਕਿਸ ਨੂੰ ਧਿਆਵੇਂਗਾ, ਕਿਵੇਂ ਸਾਡੇ ਬੰਧਨਾਂ ਤੋਂ ਛੁੱਟ ਸਕੇਗਾ। ਇਸ ਪ੍ਰਕਾਰ ਜਦੋਂ ਗੁਰੂ ਨਾਨਕ ਦੇਵ ਜੀਆਂ ਨੇ ਸੰਤਾਂ ਮਹਾਂਪੁਰਖਾਂ ਦੀ ਸਿਫਤ ਕੀਤੀ ਹੈ, ਬੰਧਨ ਕਹੇ ਚਾਨਣਾ ਗੁਰ ਗੁਣ ਕੈ। ਇਸ ਪ੍ਰਕਾਰ ਹਿਰਦੇ ਅੰਦਰ ਵਿਚਾਰਾਂ ਕਰਕੇ ਦਿੱਲੀ ਦਾ ਰਾਜਾ ਔਰ ਨਿਵਾਜ ਦੀਨ ਜੋ ਕਾਜੀ ਹੈ ਸਤਿਗੁਰਾਂ ਦੇ ਚਰਨ ਪਕੜਦੇ ਨੇ। ਪੀਰ ਨਿਜਾਮ ਦੀਨ ਕਰ ਚੋਰੀ, ਤੇ ਨਿਜਾਮ ਦੀਨ ਜੋ ਪੀਰ ਹੈ ਉਹਨਾਂ ਨੇ ਹੱਥ ਜੋੜੇ ਨੇ। ਬੋਲਿਓ ਮੈਂ ਕਰ ਦੀਨ ਬੰਬੋਰੀ, ਤੇ ਬੜਾ ਅਧੀਨ ਹੋ ਕਰਕੇ ਬੇਨਤੀ ਕਰਦਾ ਹੈ, ਸਭੀ ਸਾਹਮਣਾ ਤੁਮਾਰੀ ਆਏ। ਕਿ ਮਹਾਰਾਜ ਅਸੀਂ ਤਾਂ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ। ਆਪ ਆਪਨ ਕੁੰਚਰ ਦੇਵ ਜਿਵਾਏ, ਸਾਡੀਆਂ ਭੁੱਲਾਂ ਬਖਸ਼ ਲਵੋ, ਜਿਹੜਾ ਹਾਥੀ ਹੈ ਇਸ ਨੂੰ ਜਿਉਂਦਾ ਕਰ ਦੇਵੋ। ਤਬ ਖੁਦਾਏ ਨਾ ਭੇਦ ਨ ਕੋ। ਮਹਾਰਾਜ ਤੁਹਾਡੇ ਔਰ ਖੁਦਾ ਦੇ ਵਿੱਚ ਰੱਤੀ ਭਰ ਵੀ ਕੋਈ ਫਰਕ ਨਹੀਂ। ਜਪੋ ਜੇ ਔਰ ਮਹਿ ਕਰ ਹੈ ਸੋ। ਮਹਾਰਾਜ ਜੋ ਵੀ ਆਪ ਜੀ ਮਨ ਅੰਦਰ ਸੋਚੋਗੇ ਨਾ ਉਹੀ ਸੰਸਾਰ ਤੇ ਵਰਤਾਰਾ ਵਰਤੇਗਾ। ਬੋਲੇ ਪ੍ਰਭ ਉਠੋ ਮਰਦਾਨਾ। ਮਹਾਰਾਜ ਬੇਨਤੀਆਂ ਪ੍ਰਵਾਨ ਕਰਦੇ ਭਾਈ ਮਰਦਾਨੇ ਨੂੰ ਕਹਿੰਦੇ ਨੇ, ਪਰ ਭਾਈ ਮਰਦਾਨਾ ਜੀ ਉੱਠਣਾ ਕਰੋ। ਚਿਤੋ ਜਲ ਤੁਮ ਲੈ ਨਿਜ ਪਾਨਾ। ਜਿਹੜਾ ਇਹ ਜਲ ਕੁਝ ਘੜੇ ਵਿੱਚ ਬਚਿਆ ਹੈ ਨਾ, ਇਸ ਨੂੰ ਹਾਥੀ ਉੱਪਰ ਛਿੜਕਣਾ ਕਰੋ ਜੀ। ਕਹੇ ਪੀਰ ਕੇ ਅਬ ਕੀ ਬਾਰੀ। ਤੇ ਇਸ ਪ੍ਰਕਾਰ ਜਿਹੜਾ ਪੀਰ ਹੈ ਕਹਿਣ ਲੱਗਾ, ਮਹਾਰਾਜ ਇੱਕ ਵਾਰ ਜੀਵਾਏ ਮਰਿਓ ਗਤ ਭਾਰੀ। ਜਿਹੜਾ ਇਹ ਭਾਰੀ ਹਾਥੀ ਮਰਿਆ ਹੋਇਆ ਇਸ ਨੂੰ ਜਿਉਂਦਾ ਕਰ ਦੇਵੋ। ਗੋਪਰਾ ਉਠਤਾ ਭਇਓ ਇਤਕਾਲ ਕੌਣ। ਭਾਈ ਮਰਦਾਨਾ ਜੀ ਹੁਕਮ ਮੰਨ ਕਰਕੇ ਛੇਤੀ ਨਾਲ ਉੱਠਿਆ ਹੈ। ਜਲ ਲੈ ਕਹੇ ਸਤਨਾਮ। ਤੇ ਜਲ ਨੂੰ ਹੱਥ ਵਿੱਚ ਪਕੜਿਆ ਹੈ ਔਰ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਹੈ। ਸ਼ਕੇ ਤੇ ਜੀਵਿਓ ਤੁਰਤ। ਜਦੋਂ ਇਸ ਪ੍ਰਕਾਰ ਛਿੜਕਣਾ ਕੀਤਾ ਹੈ ਨਾ ਜਲ ਨੂੰ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਕੇ, ਤੇ ਸੰਗਤ ਜੀ ਜੋ ਮਰਿਆ ਹਾਥੀ ਦੁਆਰੇ ਫਿਰ ਜਿਉਂਦਾ ਹੋਇਆ ਹੈ। ਜੋ ਕੁੰਜਰ ਅਬਰਾਮ। ਤੇ ਜਿਹੜਾ ਸੁੰਦਰ ਹਾਥੀ ਉੱਠ ਖੜਾ ਹੋਇਆ ਹੈ। ਚੌਪਈ ਕੌਤਕ ਦੇਖ ਬਿਸਮਾ ਭੈ ਸਭੀ। ਇਸ ਪ੍ਰਕਾਰ ਸਤਿਗੁਰਾਂ ਦਾ ਐਸਾ ਸੁੰਦਰ ਕੌਤਕ ਵੇਖ ਕੇ ਸਾਰੇ ਹੈਰਾਨ ਹੋਏ ਨੇ। ਬਾਰ ਬਾਰ ਬੰਦੇ ਪਤ ਬਹੀ। ਬਾਰ ਬਾਰ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ ਜੀ। ਕਹਿਣ ਲੱਗੇ ਨਿਜ ਨਿਜ ਉਪਦੇਸਾ। ਕਹਿਣ ਲੱਗੇ ਮਹਾਰਾਜ ਸਾਨੂੰ ਕੋਈ ਉਪਦੇਸ਼ ਬਖਸ਼ ਦੇਵੋ। ਤੁਮ ਖੁਦਾਏ ਕਨ ਧਰ ਦਰਵੇਸਾ। ਆਪ ਜੀ ਤਾਂ ਖੁਦ ਖੁਦਾ ਹੋ, ਕੁਦਰਤ ਦਾ ਸਰੀਰ ਧਾਰਨ ਕੀਤਾ ਹੈ। ਸੀਵਰ ਭਨੈ ਸੁਨੋ ਪਤ ਸਾਹੇ। ਮਹਾਰਾਜ ਕਹਿਣ ਲੱਗੇ ਹੈ ਰਾਜਾ ਸੁਣਨਾ ਕਰੋ। ਧਰਮ ਨਿਆਏ ਕੀਜੈ ਜਿ ਚਾਹੇ। ਤੂੰ ਦਿੱਲੀ ਦਾ ਰਾਜਾ ਹੈ ਤੇ ਜਿਹੜੇ ਧਰਮੀ ਲੋਕ ਨੇ ਨਾ ਉਹਨਾਂ ਨਾਲ ਹਮੇਸ਼ਾ ਹੀ ਨਿਆਂ ਕਰੀ, ਉਹਨਾਂ ਦੇ ਹੱਕ ਵਿੱਚ ਖੜਨਾ ਕਰੀ। ਕਾਜੀ ਨਹਿ ਰਿਸ਼ਵਤ ਕਪਲੀ ਕੈ। ਇਹ ਕਾਜੀ ਜਦੋਂ ਕਿਸੇ ਦੇ ਝਗੜੇ ਦਾ ਫੈਸਲਾ ਕਰਾਉਣਾ ਹੋਵੇ ਨਾ, ਕਦੇ ਵੀ ਕਿਸੇ ਤੋਂ ਮਾਇਆ ਨਾ ਲੈਵੇ।
ਰਾਖੋ ਧਰਮ ਨਾ ਕਹੇ ਦੁਖ ਦੀਜੈ ਤੇ ਧਰਮ ਨੂੰ ਧਾਰਨ ਕਰਕੇ ਰੱਖੋ, ਨਜਾਇਜ਼ ਹੀ ਕਿਸੇ ਨੂੰ ਐਵੇਂ ਹੀ ਦੁੱਖ ਨਾ ਦੇਵਿਓ। ਸੋ ਸੰਗਤ ਮਿਲ ਸੇਵਾ ਕਰਨੀ ਤੇ ਸਤ ਸੰਗਤ ਦੇ ਵਿੱਚ ਆਉਣਾ ਹੈ, ਗੁਰੂ ਦਾ ਉਪਦੇਸ਼, ਪਰਮੇਸ਼ਰ ਦੀਆਂ ਵਡਿਆਈਆਂ ਸ਼ਰਵਣ ਕਰਨੀਆਂ ਨੇ ਔਰ ਸੰਗਤ ਦੀ ਸੇਵਾ ਕਰਨੀ ਹੈ। ਮਾਨਮ ਲੀਨਤਾ ਸਗਲੀ ਹਰਨੀ ਤੇ ਜੋ ਮਨ ਵਿਕਾਰਾਂ ਕਰਕੇ ਮੈਲਾ ਹੋਇਆ ਹੈ ਨਾ, ਇਸ ਨੂੰ ਸਮਝਾ ਕਰਕੇ ਉਜਲ ਕਰਨਾ ਹੈ। ਸਤਨਾਮ ਸਿਮਰੋ ਦਿਨ ਰਾਤੀ ਦਿਨ ਰਾਤ ਸਤਨਾਮ ਵਾਹਿਗੁਰੂ ਦਾ ਸਵਾਸ ਸਵਾਸ ਨਾਮ ਜਪਿਓ ਜੀ। ਕਿਰਤੇ ਸਰਦਾ ਧਾਰ ਭਲ ਭਾਂਤੀ ਤੇ ਹਿਰਦੇ ਦੇ ਅੰਦਰ ਪਰਮੇਸ਼ਰ ਪ੍ਰਤੀ ਜਿਹੜੀ ਸ਼ਰਧਾ ਭਾਵਨਾ ਚੰਗੇ ਤਰੀਕੇ ਨਾਲ ਧਾਰਨ ਕਰਨੀ ਹੈ। ਦੋਬਰਾ ਇੱਕ ਖੁਦਾਏ ਤਸ ਬੰਦ ਦੇ ਤੇ ਜੋ ਕਿਰਤ ਕਮਾਈਆਂ ਕਰਦੀਆਂ ਨੇ, ਉਹਨਾਂ ਦੇ ਵਿੱਚੋਂ ਖੁਦਾ ਦੇ ਨਾਮ ਤੇ ਰੱਬ ਦੇ ਨਾਮ ਦੇ ਉੱਪਰ ਦਸਵੰਧ ਕੱਢਣਾ ਹੈ। ਕੀਚੇ ਧਰਮ ਨੇ ਆਏ ਤੇ ਧਰਮ ਦਾ ਹਮੇਸ਼ਾ ਹੀ ਨਿਆਂ ਕਰਨਾ ਹੈ। ਗਤ ਪ੍ਰਾਪਤ ਹੋਵੇ ਕਮਹੀ ਫਿਰ ਤੁਹਾਨੂੰ ਅਖੀਰਲੇ ਸਮੇਂ ਮੁਕਤੀ ਪ੍ਰਾਪਤ ਹੋਵੇਗੀ। ਇਸ ਵਿੱਚ ਕਿਰਤ ਕਮਾਏ ਇਸ ਤਰੀਕੇ ਦੇ ਨਾਲ ਜੀਵਨ ਅੰਦਰ ਜਿਹੜੇ ਸ਼ੁਭ ਗੁਣਾਂ ਦੀ ਕਿਰਤ ਕਮਾਈ ਕਰਨੀ ਹੈ। ਚੌਪਈ ਅਸਤ ਦੇਸ਼ ਦੀਨ ਤਨਿਕਾ ਇਸ ਪ੍ਰਕਾਰ ਮਹਾਰਾਜ ਨੇ ਦਿੱਲੀ ਦੇ ਇਲਾਕੇ ਵਿੱਚ ਸੁੰਦਰ ਉਪਦੇਸ਼ ਦਿੱਤਾ ਹੈ। ਸੰਤੋਖ ਤਹਾਂ ਸਭ ਕੀਕਾ ਸਾਰਿਆਂ ਨੂੰ ਸਬਰ ਸੰਤੋਖ ਦੀਆਂ ਦਾਤਾਂ ਬਖਸ਼ੀਆਂ ਨੇ। ਪਿਤਾ ਭਾਏ ਕਹਿੰਦੇ ਪਰ ਆਈ ਮਹਾਰਾਜ ਦਿੱਲੀ ਤੋਂ ਹੁਣ ਅੱਗੇ ਚੱਲੇ ਨੇ ਜੀ। ਗਮਨ ਕੀਨ ਮਾਰਗ ਜਗ ਸਾਈ ਇਸ ਪ੍ਰਕਾਰ ਮਹਾਰਾਜ ਕਰਨਾਲ ਦੇ ਇਲਾਕੇ ਵੱਲ ਨੂੰ ਚੱਲੇ, ਭਾਵ ਹੁਣ ਪੰਜਾਬ ਵੱਲ ਨੂੰ ਮੁੜ ਰਹੇ ਨੇ। ਜਿਹੜਾ ਕਰਨਾਲ ਹੈ ਇਹ ਦਿੱਲੀ ਤੋਂ ਪਹਿਲਾਂ ਆਉਂਦਾ ਹੈ ਸੰਗਤ ਜੀ, ਤੇ ਕਰਨਾਲ ਵੱਲ ਨੂੰ ਮਹਾਰਾਜ ਹੁਣ ਮੁੜ ਆਏ ਨੇ। ਕੀਨ ਮਨੁੱਖ ਮਨ ਮਰਦਾਨੇ ਤੇ ਆਉਂਦੇ ਆਉਂਦੇ ਭਾਈ ਮਰਦਾਨੇ ਦੇ ਮਨ ਦੇ ਅੰਦਰ ਇੱਕ ਇੱਛਾ ਜਾਗੀ ਹੈ ਮਨਵੰਤਾ ਕਿਨ ਹੋਏ ਬਹਾਨੇ ਕਿ ਮੈਂ ਵੀ ਗੁਰੂ ਨਾਨਕ ਦੇਵ ਜੀਆਂ ਦੇ ਨਾਲ ਹੀ ਰਹਿਣਾ। ਜਿਵੇਂ ਗੁਰੂ ਨਾਨਕ ਦੇਵ ਜੀਆਂ ਦੀ ਹਰ ਜਗ੍ਹਾ ਤੇ ਪੂਜਾ ਹੁੰਦੀ ਹੈ, ਲੋਕ ਭੇਟਾਂ ਅਰਪਣ ਕਰਦੇ ਨੇ, ਤੇ ਐਸਾ ਵੀ ਦਿਨ ਆਵੇਗਾ ਜਿੱਦਣ ਲੋਕ ਮੇਰੀ ਪੂਜਾ ਕਰਨਗੇ, ਮੈਨੂੰ ਲਿਆ ਕੇ ਭੇਟਾਂ ਚਰਨਾਂ ਪਾਸ ਰੱਖਣਗੇ ਜੀ। ਬੰਦੇ ਸਭ ਨਰ ਨਾਰੀ ਸਾਰੇ ਲੋਕ ਆ ਕਰਕੇ ਮੇਰੇ ਚਰਨਾਂ ਤੇ ਵੀ ਨਮਸਕਾਰ ਕਰਨਗੇ। ਭੇਟਾ ਉਤਮ ਧਰਮ ਅਕਾਲੀ ਚੰਗੀਆਂ ਚੰਗੀਆਂ ਭੇਟਾਵਾਂ ਲਿਆ ਕਰਕੇ ਮੈਨੂੰ ਦੇਣਗੇ ਜੀ। ਅੰਤਰ ਜਾਮੀ ਗੁਰ ਕੀ ਜਾਨੀ ਗੁਰੂ ਨਾਨਕ ਪਾਤਸ਼ਾਹ ਤੁਰੇ ਆਉਂਦੇ ਨੇ ਅੱਗੇ ਅੱਗੇ, ਔਰ ਭਾਈ ਮਰਦਾਨਾ ਜੀ ਜੋ ਆਪਣੇ ਹਿਰਦੇ ਅੰਦਰ ਸੋਚਦੇ ਆਉਂਦੇ ਨੇ, ਅੰਤਰਜਾਮੀ ਸਤਿਗੁਰੂ ਜੀ ਸਭ ਜਾਣਦੇ ਨੇ। ਮਸਕਤ ਮੰਦ ਕਹੀ ਮ੍ਰਿਤ ਬਾਣੀ ਮਹਾਰਾਜ ਜੀ ਉੱਚੀ ਉੱਚੀ ਹੱਸੇ ਨੇ ਤੇ ਮੁਖ ਤੋਂ ਬੋਲੇ ਨੇ। ਤੇ ਵਿਚਾਰਤ ਜੋ ਤੁਮ ਆਪ ਹੋ ਮਹਾਰਾਜ ਕਹਿੰਦੇ ਭਾਈ ਮਰਦਾਨਾ ਜੋ ਤੁਸੀਂ ਹਿਰਦੇ ਵਿੱਚ ਵਿਚਾਰਦੇ ਆਉਂਦੇ ਹੋ, ਆਕਰਜ ਪੌਰ ਮਨ ਭਾਵ ਪਾਵ ਤੇ ਜੋ ਤੁਹਾਡੇ ਮਨ ਦੀ ਇੱਛਾ ਹੈ ਨਾ, ਜਿਹੜਾ ਹੁਣ ਅੱਗੇ ਕਰਨਾਲ ਨਗਰ ਆਵੇਗਾ, ਉੱਥੇ ਤੁਹਾਡੇ ਮਨ ਦੀ ਪੂਰੀ ਹੋਵੇਗੀ। ਇਹ ਸਭ ਪੂਰ ਕਾਜ ਨਹਿ ਸਰਈ ਪਰ ਭਾਈ ਮਰਦਾਨਾ ਜੀ ਜਾਣ ਲਵੋ, ਜਿਹੜੇ ਲੋਕਾਂ ਤੋਂ ਮੱਥੇ ਟਿਕਾਉਣੇ ਭੇਟਾਵਾਂ ਲੈਣੀਆਂ, ਇਹ ਸਾਰਾ ਹੀ ਕੂੜ ਤਮਾਸ਼ਾ ਹੈ। ਪੰਥ ਤੇ ਵਰਜਨ ਕਰਈ ਤੇ ਜਿਹੜਾ ਮੁਕਤੀ ਦਾ ਰਸਤਾ ਹੁੰਦਾ ਹੈ ਨਾ, ਮਨੁੱਖ ਇਹ ਤੋਂ ਹਟ ਜਾਂਦਾ ਹੈ। ਮਨੁੱਖ ਮੁਕਤੀ ਦਾ ਰਸਤਾ ਭੁੱਲ ਜਾਂਦਾ ਹੈ, ਇਸ ਪ੍ਰਕਾਰ ਮੱਥੇ ਟਿਕਾਉਣ ਦੇ ਵਿੱਚ ਹੀ ਲੱਗ ਜਾਂਦਾ ਹੈ, ਪਦਾਰਥ ਇਕੱਠੇ ਕਰਨ ਵਿੱਚ ਹੀ ਲੱਗ ਜਾਂਦਾ ਹੈ। ਜਗ ਮਹਿ ਵਡਾਈ ਇਸ ਪ੍ਰਕਾਰ ਜਿਹੜਾ ਇਹ ਸੰਸਾਰ ਹੈ ਨਾ, ਇਹ ਸੰਸਾਰ ਦੇ ਵਿੱਚ ਮਨੁੱਖ ਥੋੜਾ ਸਮਾਂ ਹੀ ਰਹਿੰਦਾ ਹੈ, ਔਰ ਥੋੜੇ ਸਮੇਂ ਦੇ ਵਿੱਚ ਵੱਡੀ ਵਡਿਆਈ ਲੋਚਦਾ ਹੈ। ਅਲਪਕਾਲ ਜਿਸ ਬੀਚ ਰਹਾਈ ਭਾਈ ਮਰਦਾਨਾ ਜਿਸ ਸੰਸਾਰ ਦੇ ਵਿੱਚ ਅਸੀਂ ਟਿਕੇ ਰਹਿਣਾ ਹੀ ਨਹੀਂ, ਥੋੜਾ ਸਮਾਂ ਸਾਡੇ ਕੋਲ ਹੈ। ਜਹ ਜਾਵਨ ਲਹਿਨੋ ਸੁਖ ਭਾਰੀ ਇਸ ਪ੍ਰਕਾਰ ਜਹ ਜਾਵਣ ਲਹਿਨੋ ਸੁਖ ਭਾਰੀ, ਤੇ ਜਿੱਥੇ ਜਾ ਕੇ ਅਸੀਂ ਲੰਬਾ ਸਮਾਂ ਰਹਿਣਾ ਔਰ ਬਹੁਤਾ ਸੁਖ ਲੈਣਾ ਹੈ। ਕੀ ਗਾਤ ਨਹਿ ਕਰਨੇ ਵਿਚਾਰੀ ਭਾਈ ਮਰਦਾਨਾ ਜੀ
ਜਿੱਥੇ ਅਸੀਂ ਥੋੜਾ ਸਮਾਂ ਰਹਿਣਾ ਹੈ, ਪਤਾ ਹੈ ਇੱਕ ਦਿਨ ਚਲੇ ਜਾਣਾ ਹੈ, ਤੇ ਅਸੀਂ ਉਹਦੇ ਬਾਰੇ ਜ਼ਿਆਦਾ ਸੋਚਦੇ ਹਾਂ। ਜਿੱਥੋਂ ਆਏ ਆ, ਜਿੱਥੇ ਮੁੜ ਕੇ ਜਾਣਾ ਹੈ, ਉਹਦੇ ਬਾਰੇ ਕਦੇ ਵਿਚਾਰਿਆ ਨਹੀਂ। ਮਾਨ ਕੀਨ ਰਹਿ ਜਗ ਮਹਿ ਜੋਈ। ਜਿਹੜੇ ਲੋਕ ਮਾਣ ਹੰਕਾਰ ਤੋਂ ਰਹਿਤ ਹੋ ਕੇ ਰਹਿੰਦੇ ਨੇ ਨਾ, ਨਿਮਰਤਾ ਦੇ ਵਿੱਚ ਰਹਿੰਦੇ ਨੇ, ਜਾਣਦੇ ਨੇ ਕਿ ਜੋ ਵੀ ਧਨ ਪਦਾਰਥ ਹੈ ਇੱਕ ਦਿਨ ਸਾਰਾ ਕੁਝ ਛੱਡ ਕੇ ਚਲੇ ਜਾਣਾ ਹੈ। ਜਹ ਮਾਨ ਪਰਲੋਕ ਸੋਈ। ਉਹੀ ਲੋਕ ਪਰਲੋਕ ਦੇ ਵਿੱਚ ਜਾ ਕੇ ਸੁਖ ਪਾਉਂਦੇ ਨੇ। ਸੁਣ ਕੇ ਸੱਚ ਕਹਿਓ ਮਰਦਾਨੇ। ਸੁਣ ਕਰਕੇ ਸਤਿਗੁਰਾਂ ਦੇ ਬਚਨ ਤੁਰਿਆ ਆਉਂਦਾ ਭਾਈ ਮਰਦਾਨਾ ਬੜਾ ਸ਼ਰਮਸਾਰ ਹੋਇਆ ਹੈ। ਕਵੇ ਕਰਨਾ ਤਮ ਤਾਪ ਅਸ ਜਾਣੇ। ਕਹਿਣ ਲੱਗਾ, ਮਹਾਰਾਜ ਜਿਨ੍ਹਾਂ ਦੇ ਉੱਪਰ ਆਪ ਜੀਆਂ ਦੀ ਕਿਰਪਾ ਹੋ ਜਾਂਦੀ ਹੈ ਨਾ, ਉਹ ਇਹ ਗੱਲਾਂ ਵਿਚਾਰਦੇ ਨੇ। ਉਹੀ ਵਿਚਾਰਦੇ ਨੇ ਕਿ ਸੰਸਾਰ ਦੇ ਵਿੱਚ ਟਿਕੇ ਨਹੀਂ ਰਹਿਣਾ, ਇੱਕ ਦਿਨ ਇੱਥੋਂ ਜਾਣਾ ਹੈ। ਪਤਾ ਨਹੀਂ ਪਲ ਤੋਂ ਪਲ ਦੀ ਜ਼ਿੰਦਗੀ ਹੈ, ਕਦੋਂ ਸੰਸਾਰ ਤੋਂ ਚਾਲਾ ਪਾ ਜਾਣਾ ਹੈ। ਜਿਨ੍ਹਾਂ ਉੱਪਰ ਆਪ ਜੀਆਂ ਦੀ ਕਿਰਪਾ ਹੁੰਦੀ ਹੈ, ਉਹੀ ਇਹ ਵਿਚਾਰਦੇ ਨੇ। ਕਰਤ ਬਾਤ ਤਹਿ ਪੁਰ ਨਿਰ ਆਇਆ। ਇਸ ਪ੍ਰਕਾਰ ਗੱਲਾਂ ਕਰਦੇ ਕਰਦੇ ਜਾਂਦੇ ਨੇ ਸਤਿਗੁਰੂ ਭਾਈ ਮਰਦਾਨਾ ਭਾਈ ਵਾਲਾ, ਔਰ ਜੋ ਕਰਨਾਲ ਦਾ ਨਗਰ ਉਹ ਨੇੜੇ ਆਇਆ ਹੈ। ਬੈਠੇ ਇੱਕ ਪਰਛਾਇਆ। ਗੁਰੂ ਨਾਨਕ ਦੇਵ ਜੀ ਸੁੰਦਰ ਰੁੱਖਾਂ ਦੀ ਛਾਂ ਵੇਖ ਕਰਕੇ ਬੈਠੇ ਨੇ। ਕਈ ਦੇਸ ਜਬ ਮਰਦਾਨੇ। ਤੇ ਭਾਈ ਮਰਦਾਨੇ ਨੂੰ ਇਸ ਪ੍ਰਕਾਰ ਮਹਾਰਾਜ ਜੀਆਂ ਨੇ ਹੁਕਮ ਕੀਤਾ ਹੈ। ਨਗਰ ਬਲੁਕ ਹੋ ਹਵੇ ਮਨ ਭਾਨੇ। ਮਹਾਰਾਜ ਕਹਿੰਦੇ ਭਾਈ ਮਰਦਾਨਾ ਜੀ ਜਾਓ, ਤੁਸੀਂ ਨਗਰ ਘੁਮਾਓ, ਨਗਰ ਨੂੰ ਵੇਖ ਆਓ, ਨਾਲੇ ਜੋ ਤੁਹਾਡੇ ਮਨ ਦੇ ਅੰਦਰ ਇੱਛਾ ਹੈ ਉਹ ਪੂਰਨ ਹੋ ਜਾਵੇਗੀ। ਇੱਥੋਂ ਤੱਕ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਨੇ। ਕੱਲ੍ਹ ਦੇ ਇਤਿਹਾਸ ਵਿੱਚ ਸਰਵਣ ਕਰਾਂਗੇ ਕਿਵੇਂ ਸਤਿਗੁਰਾਂ ਦਾ ਹੁਕਮ ਪਾ ਕੇ ਭਾਈ ਮਰਦਾਨਾ ਨਗਰ ਦੇ ਅੰਦਰ ਜਾਂਦੇ ਨੇ ਤੇ ਉੱਥੋਂ ਦੇ ਲੋਕ ਭਾਈ ਮਰਦਾਨੇ ਨਾਲ ਕਿਵੇਂ ਵਰਤਾਵ ਕਰਦੇ ਨੇ, ਕੀ ਭਾਣਾ ਵਰਤਾਉਂਦੇ ਨੇ। ਕੱਲ੍ਹ ਦੇ ਇਤਿਹਾਸ ਵਿੱਚ ਸਰਵਣ ਕਰਾਂਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕਰਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਬਰ ਸਕੇ। ਜੋ ਗੁਰ ਇਤਿਹਾਸ ਅਸੀਂ ਪਿਛਲੇ ਤਕਰੀਬਨ 1 ਸਾਲ ਤੋਂ ਕੁਝ ਕੁ ਮਹੀਨੇ ਘੱਟ ਨੇ ਜੋ ਅਸੀਂ ਸੰਗਤ ਜੀ ਸਰਵਣ ਕਰਦੇ ਹੋਏ ਹਾਂ। ਗੁਰ ਇਤਿਹਾਸ ਨੂੰ ਸੁਣ ਕਰਕੇ ਜੋ ਅਸਲ ਲਾਹਾ ਹੈ ਨਾ, ਉਹ ਤਾਂ ਅਸੀਂ ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ, ਅੰਮ੍ਰਿਤ ਧਾਰੀ ਹੋਈਏ, ਤੇ ਇਸ ਪ੍ਰਕਾਰ ਜਿਹੜਾ ਉੱਚਾ ਸੁੱਚਾ ਜੀਵਨ ਹੈ ਉਸ ਨੂੰ ਬਤੀਤ ਕਰੀਏ, ਤਾਂ ਹੀ ਇਹ ਗੁਰ ਇਤਿਹਾਸ ਸੁਣੇ ਦਾ ਲਾਹਾ ਪ੍ਰਾਪਤ ਹੋਵੇਗਾ। ਆਓ ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਮਾਪਤੀ ਕਰੀਏ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਕਾ ਪਾਇਆ ਸਹਿਜ ਸਿੱਧੀ ਮਨ ਬਚੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸਬਦ ਗਾਵਣੀਆਂ। ਸਬਦ ਉਤਾ ਗਾਵ ਹਰੀ ਕੇਰਾ ਮਨ ਜਿਨੀ ਬਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਤੇਰੇ ਮਨ ਮੇਰਿਆ ਤੂੰ ਸਦਾ ਰਹਾ ਵਰਨਾਲੇ। ਔਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਕਰਨਾ ਸਮਰੱਥ ਸੁਆਮੀ ਸੋ ਕਿਆ ਮਨ ਵਿਸਾਰੇ। ਨਾਨਕ ਮਨ ਮੇਰੇ ਸਦਾ ਰਹਾ ਵਰਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ। ਜਿਸ ਦੇ ਸੁਭਾਵਏ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵਏ। ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਗਿਆਨ ਨਾਹੀ ਕਰਤੇ ਰਹਿ। ਸਦਾ ਨਾਮ ਮੇਰਾ ਆਧਾਰੋ। ਸਚ ਨਾਮ ਆਧਾਰ ਮੇਰਾ ਜਿਲ ਭੁੱਖਾਂ ਸਭ ਗਵਾਈਆਂ। ਕਰ ਸਾਥ ਸੁਖ ਮਨ ਹਰਿ ਵਸਿਆ ਜਿਲ ਦੀਕਸ਼ਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟਹੁ ਜਸ ਦੀਆਂ ਇਹ ਵਡਿਆਈਆਂ। ਹੈ ਨਾਨਕ ਸੁਣੋ ਸੰਤ ਹੋ ਸਭ ਧਰਮ ਪਿਆਰੋ। ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਕਲਾ ਜਿਤ ਕਰ ਧਾਰਿਆ।
ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਧ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਾਹੈ ਨਾਨਕ ਤਹ ਸੁਖ ਹੋਆ ਆਦਿਤ ਕਰ ਅਨਹਦ ਵਾਜੇ ਆਨੰਦ ਸੋਹਾਵਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਾਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਤੇ ਭਗਤ ਸਤਿਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਾਈਆ ਵਾਜੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਕੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਧਿਆਇਆ ਗਏ ਮੁਸਕਤ ਕਾਲ ਨਾਨਕ ਕੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।